खास करके MTP डिपार्टमेंट के उपर आरोप लगते हैं कि दलालों का राज है, उत्थे पैसे लैके ते बिल्डिंगां का निर्माण होने दिता जाता है। कितों तक ठीक है? हर एक डिपार्टमेंट में ब्लैक शीप्स होंदियां ने, पर साडी जिहड़ी ये कोशिश होंदी है कि असीं लोकां दे जैनुइन काम जिहड़े उन्हां नूं प्रायोरिटी ते करिए। किसी भी तरह की इत्थे कोई दलालबाजी या इहो जी कोई मिडल मैन वाली जिहड़ी चीज़ है उन्होंने अवॉइड करिए। ਜਿਹੜੀਆਂ ਇਲੀਗਲ ਬਿਲਡਿੰਗਸ ਬਣੀਆਂ ਉਹਨਾਂ ਨੂੰ ਨੋਟਿਸ ਦੇ ਦਿਓ ਜਾਂ ਟਾਈਮ ਦੇ ਦਿਓ ਜੀ ਉਹਨਾਂ ਨੂੰ ਵੀ ਠੀਕ ਕਰ ਲਓ ਜਾਂ ਜੋ ਵੀ ਤੁਹਾਡੀ ਪਾਲਿਸੀ ਹੈ। ਪਿਛਲੇ ਸਮਿਆਂ ਦੇ ਵਿੱਚ ਵੀ ਤੁਸੀਂ ਵੇਖਿਆ ਹੋਏਗਾ ਕਿ ਬਹੁਤ ਵੱਡੇ ਪੱਧਰ ਉੱਤੇ ਜਿਹੜੀਆਂ ਗੈਰ ਕਾਨੂੰਨੀ ਉਸਾਰੀਆਂ ਨੇ ਉਹ ਹੁੰਦੀਆਂ ਰਹੀਆਂ ਨੇ ਔਰ ਮੈਂ ਉਹਨੂੰ ਡਿਨਾਈ ਨਹੀਂ ਕਰਾਂਗਾ। ਸਰ ਇੱਕ ਬਹੁਤ ਸਾਰਾ ਪੁਰਾਣਾ ਮੈਟਰ ਸੀਗਾ ਜੀ, ਉਹ ਕਈ ਵਾਰੀ ਇੱਕ ਕਾਰਪੋਰੇਸ਼ਨ 'ਚ ਕੰਪਲੇਂਟਾਂ ਹੋਈਆਂ ਵੀ ਰਸੀਦ ਬੁੱਕ ਉੱਪਰ ਹੋਰ ਥੱਲੇ ਹੋਰ ਬਹੁਤ ਇਨਕੁਆਰੀਆਂ ਵੀ ਹੋ ਗਈਆਂ, ਕਹਿੰਦੇ ਵੀ 100 ਕਰੋੜ ਦਾ ਘਪਲਾ ਹੈ। ਉਸੇ ਕੇਸ ਦੇ ਵਿੱਚ ਇੱਕ ਹੋਰ ਰਸੀਦ ਵੀ ਸਰਗੋ ਆਈ ਹੈ, ਸੋ ਅਸੀਂ ਉਹ ਵੀ ਜਿਹੜਾ ਕਰ ਰਹੇ ਹਾਂ ਔਰ ਬੰਦੇ ਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੱਖਰਾ ਹੈ, ਕ੍ਰਿਮੀਨਲ ਐਕਸ਼ਨ ਵੱਖਰਾ। ਕਿਤੇ ਗੱਡੀ ਗਲਤ ਪਾਰਕਿੰਗ ਹੁੰਦੀ ਹੈ ਉਹ ਚੱਕ ਕੇ ਲੈ ਜਾਂਦੇ ਜੀ, ਉਹਦੇ 'ਚ ਕਾਰਪੋਰੇਸ਼ਨ ਨੂੰ ਵੀ ਥੋੜਾ ਪੈਸਾ ਆਉਂਦਾ। ਪਰ ਕਈ ਜਗ੍ਹਾ ਤੇ ਦੇਖਿਆ ਜੀ ਜਿੱਥੇ ਯੈਲੋ ਲਾਈਨ ਨਹੀਂ ਹੈ, ਗੱਡੀ ਉੱਥੇ ਬਿਲਕੁਲ ਤਰਤੀਬ ਵਾਈਜ਼ ਖੜੀ ਹੈ, ਫਿਰ ਵੀ ਉਹ ਚੁੱਕ ਲੈਂਦੇ ਨੇ। ਸਾਡੀ ਟ੍ਰੈਫਿਕ ਪੁਲਿਸ ਦੇ ਨਾਲ ਲਗਾਤਾਰ ਹੀ ਅਭਿਆਨ ਚੱਲ ਰਿਹਾ ਔਰ ਉਹਨਾਂ ਵੱਲੋਂ ਵੀ ਸਾਨੂੰ ਜਿੱਥੇ ਲਾਈਨ ਲਗਵਾ ਕੇ ਕਿਹਾ ਗਿਆ ਅਸੀਂ ਉੱਥੇ ਲਾਈਨਸ ਲਗਵਾਈਆਂ ਗਈਆਂ, ਜਿੱਥੇ ਮਿਸਿੰਗ ਹੈਗੀਆਂ ਉੱਥੇ ਅਸੀਂ ਲਾਈਨਸ ਪੂਰੀਆਂ ਕਰਵਾ ਦੇਵਾਂਗੇ। ਤੁਸੀਂ ਇਹ ਦੇਖੋ ਕਿ 49,000 ਈ ਰਿਕਸ਼ਾ ਜਿਹੜੇ ਨੇ ਉਹ ਬਿਨਾਂ ਕਿਸੇ ਨੰਬਰ ਦੇ ਬਿਨਾਂ ਕਿਸੇ ਰਿਕਾਰਡ ਦੇ ਸ਼ਹਿਰ 'ਚ ਚੱਲ ਰਹੇ। ਅਗਰ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਿਸਰਚ ਪੂਰਾ ਪਲਾਨਿੰਗ ਡਿਪਾਰਟਮੈਂਟ ਹੈ ਜੀ, ਉਹਨਾਂ ਦੀ ਮਦਦ ਲੈ ਸਕਦੇ ਹੋ ਤੁਸੀਂ। ਜੇ ਇਹਨਾਂ ਉੱਤੇ ਸ਼ਿਕੰਜਾ ਕੱਸ ਦਿੱਤਾ ਜਾਂਦਾ ਹੈ ਇਨਫੋਰਸਮੈਂਟ ਏਜੰਸੀਜ਼ ਵੱਲੋਂ, ਚਾਹੇ RT ਹੈ ਚਾਹੇ ਟ੍ਰੈਫਿਕ ਪੁਲਿਸ ਵੱਲੋਂ, ਤਾਂ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਹ ਡੀਜ਼ਲ ਆਟੋ ਤੋਂ ਇਮੀਡੀਏਟਲੀ ਆਟੋ ਵੱਲ ਆਉਣਗੇ। CCTV ਕੈਮਰੇ ਬੜੇ ਸਾਲਾਂ ਤੋਂ ਮੈਂ ਸੁਣਦਾ ਆ ਰਿਹਾ ਜੀ, 10 ਸਾਲ ਤਾਂ ਮੈਨੂੰ ਹੋ ਗਏ ਸੁਣਦੇ, ਬਸ CCTV ਕੈਮਰਾਜ਼ ਲੱਗੇ ਨਹੀਂ। ਇਹਦੇ ਵਿੱਚ ਤਕਰੀਬਨ 1164 ਕੈਮਰੇਜ਼ ਨੇ, 409 ਲੋਕੇਸ਼ਨ ਦੇ ਉੱਤੇ ਕੈਮਰੇ ਲੱਗੇ ਨੇ। ਆਰੋਪ ਲੱਗਦੇ ਨੇ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਦਲਾਲਾਂ ਦਾ ਰਾਜ ਹੈ। ਅੱਜ ਅਸੀਂ ਆਏ ਹਾਂ ਕਾਰਪੋਰੇਸ਼ਨ ਦੇ ਦਫ਼ਤਰ ਦੇ ਵਿੱਚ ਇਲੀਗਲ ਨਿਰਮਾਣ ਨੂੰ ਲੈ ਕੇ ਤੇ ਹੋਰ ਕੀ ਪਲਾਨ ਨੇ, ਅੰਮ੍ਰਿਤਸਰ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ, ਕੀ ਪਿਕ ਐਂਡ ਚੂਜ਼ ਦੀ ਪਾਲਿਸੀ ਕੀਤੀ ਜਾ ਰਹੀ ਹੈ, ਆਪਣੀ ਮਰਜ਼ੀ ਦੇ ਨਾਲ ਕਿਸੇ ਦੀ ਬਿਲਡਿੰਗ ਬਣਾਤੀ ਜਾਂਦੀ ਹੈ ਤੇ ਕਿਸੇ ਦੀ ਢਵਾ ਦਿੱਤੀ ਜਾਂਦੀ ਹੈ। CLU ਨੂੰ ਲੈ ਕੇ ਵੱਡਾ ਕਪਲਾ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ ਤੇ ਈ ਰਿਕਸ਼ਾ ਇਸ ਕਰਕੇ ਸ਼ਹਿਰ 'ਚ ਉਤਾਰੇ ਗਏ ਸੀ ਕਿ ਸ਼ਹਿਰ ਦਾ ਟ੍ਰੈਫਿਕ ਘਟੇ, ਪਰ ਟ੍ਰੈਫਿਕ ਵੱਧ ਗਿਆ। ਸਾਡੇ ਨਾਲ ਨੇ ਕਾਰਪੋਰੇਸ਼ਨ ਦੇ ਕਮਿਸ਼ਨਰ ਸੰਦੀਪ ਰਿਸ਼ੀ। ਨਮਸਕਾਰ ਜੀ। ਨਮਸਕਾਰ ਜੀ, ਤੁਹਾਡਾ ਸਵਾਗਤ ਹੈ ਸੰਦੀਪ ਜੀ ਸਾਡੇ ਚੈਨਲ ਤੇ। ਥੈਂਕ ਯੂ ਦੀਪਕ ਜੀ, ਥੈਂਕ ਯੂ ਵੈਰੀ ਮਚ। ਸੰਦੀਪ ਜੀ ਪਿੱਛੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਲਗਾਏ ਸੀ ਆਰੋਪ, ਖਾਸ ਕਰਕੇ MTP ਡਿਪਾਰਟਮੈਂਟ ਦੇ ਉੱਪਰ ਆਰੋਪ ਲੱਗਦੇ ਹਨ ਕਿ ਦਲਾਲਾਂ ਦਾ ਰਾਜ ਹੈ, ਉੱਥੇ ਪੈਸੇ ਲੈ ਕੇ ਤੇ ਬਿਲਡਿੰਗਾਂ ਦਾ ਨਿਰਮਾਣ ਹੋਣ ਦਿੱਤਾ ਜਾਂਦਾ ਹੈ। ਕਿਤੋਂ ਤੱਕ ਠੀਕ ਹੈ? ਦੇਖੋ, ਮੈਂ ਇਹ ਨਹੀਂ ਕਹਿਣਾ ਕਿ ਡਿਪਾਰਟਮੈਂਟ ਜਿਹੜੇ ਬਿਲਕੁਲ ਠੀਕ ਹੈਗੇ ਨੇ, ਹਰ ਇੱਕ ਡਿਪਾਰਟਮੈਂਟ ਵਿੱਚ ਬਲੈਕ ਸ਼ੀਪਸ ਹੁੰਦੀਆਂ ਨੇ, ਪਰ ਸਾਡੀ ਜਿਹੜੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੋਕਾਂ ਦੇ ਜੈਨੂਇਨ ਕੰਮ ਜਿਹੜੇ ਉਹਨਾਂ ਨੂੰ ਪ੍ਰਾਇੋਰਟੀ ਤੇ ਕਰੀਏ। ਕਿਸੇ ਵੀ ਤਰ੍ਹਾਂ ਦੀ ਇੱਥੇ ਕੋਈ ਦਲਾਲਬਾਜੀ ਜਾਂ ਇਹੋ ਜੀ ਕੋਈ ਮਿਡਲ ਮੈਨ ਵਾਲੀ ਜਿਹੜੀ ਚੀਜ਼ ਆ ਉਹਨੂੰ ਅਵੋਇਡ ਕਰੀਏ। ਲੋਕਾਂ ਨੂੰ ਸਾਡੀ ਇਹੋ, ਮੈਂ ਸਾਰਿਆਂ ਨੂੰ ਅਪੀਲ ਤੁਹਾਡੇ ਥਰੂ ਵੀ ਇਹੋ ਕਰਦਾ ਕਿ ਕਿਸੇ ਦਾ ਕੋਈ ਜੈਨੂਇਨ ਕੰਮ ਆ, ਸਾਡੇ ਦਫ਼ਤਰ ਖੁੱਲ੍ਹੇ ਨੇ, ਕਿਸੇ ਵੇਲੇ ਵੀ ਸਾਡੇ ਕੋਲ ਆ ਕੇ ਆਪਣੀ ਮੁਸ਼ਕਲ ਦੱਸ ਸਕਦੇ ਨੇ। ਜੇ ਸਾਡੇ ਕੋਈ ਦਫ਼ਤਰ ਦਾ ਬੰਦਾ ਜਾਂ ਸਾਡੇ ਡਿਪਾਰਟਮੈਂਟ ਦਾ ਕੋਈ ਬੰਦਾ ਉਹਨਾਂ ਨੂੰ ਤੰਗ ਕਰਦਾ ਨਜਾਇਜ਼, ਤਾਂ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ। ਬਾਕੀ ਇਹ ਹੈ ਕਿ ਜਦੋਂ ਅਸੀਂ ਆਪਣੀ ਬਿਲਡਿੰਗ ਹੈ, ਕੋਈ ਆਪਣੀ ਜੇ ਜਗ੍ਹਾ ਹੈ, ਉਹਦੇ ਉੱਤੇ ਅਸੀਂ CLU ਕਰਾ ਕੇ ਔਰ ਬਿਲਡਿੰਗ ਪਲਾਨ ਪਾਸ ਕਰਵਾ ਕੇ ਅਸੀਂ ਨਕਸ਼ੇ ਅਨੁਸਾਰ ਉਸਾਰੀ ਕਰਾਂਗਾ, ਤਾਂ ਸਾਡੇ ਡਿਪਾਰਟਮੈਂਟ ਦਾ ਕੋਈ ਵੀ ਬੰਦਾ ਕਿਸੇ ਨੂੰ ਕੋਈ ਤੰਗ ਨਹੀਂ ਕਰੇਗਾ, ਇਹ ਮੈਂ ਸ਼ੋਰ ਕਰਦਾ ਵਾਂ। ਪਰ ਇਹ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਵੀ ਤੁਸੀਂ ਵੇਖਿਆ ਹੋਏਗਾ ਕਿ ਬਹੁਤ ਵੱਡੇ ਪੱਧਰ ਉੱਤੇ ਜਿਹੜੀਆਂ ਗੈਰ ਕਾਨੂੰਨੀ ਉਸਾਰੀਆਂ ਨੇ ਉਹ ਹੁੰਦੀਆਂ ਰਹੀਆਂ ਨੇ ਔਰ ਮੈਂ ਉਹਨੂੰ ਡਿਨਾਈ ਨਹੀਂ ਕਰਾਂਗਾ। ਅਸੀਂ ਹੁਣ ਜਦੋਂ ਦੀ ਇਹ ਸਰਕਾਰ ਆਈ ਹੈ, ਸਰਕਾਰ ਵੱਲੋਂ ਸਾਨੂੰ ਫ੍ਰੀ ਹੈਂਡ ਦਿੱਤਾ ਹੋਇਆ ਹੈ, ਜ਼ੀਰੋ ਟੋਲਰੈਂਸ ਹੈਗੀ ਆ ਅਗੇਂਸਟ ਐਨੀ ਇਲੀਗਲ ਮੀਨਸ ਜਿਹੜੇ ਨੇ ਉਹਨਾਂ ਦੇ ਖਿਲਾਫ ਪੂਰੀ ਸਰਕਾਰ ਵੱਲੋਂ ਪੂਰਾ ਸਾਨੂੰ ਫ੍ਰੀ ਹੈਂਡ ਦਿੱਤਾ ਹੋਇਆ। ਤਾਂ ਅਸੀਂ ਲਗਾਤਾਰ ਹੀ ਤੁਸੀਂ ਵੇਖਿਆ ਹੋਏਗਾ ਕਿ ਹਫ਼ਤੇ ਵਿੱਚ 2 ਦਿਨ ਅਸੀਂ ਜਿਹੜੀ ਆ ਉਹ ਜਿਹੜੀ ਸਾਡੀ ਡੈਮੋਲੀਸ਼ਨ ਡਰਾਈਵ ਹੈ ਉਹ ਕਰ ਰਹੇ ਹਾਂ। ਉਹਦੇ ਵਿੱਚ ਅਸੀਂ ਤੁਸੀਂ ਦੇਖਿਆ ਹੋਇਆ ਕਿ ਬਿਲਡਿੰਗਸ ਕੋਈ ਆਲੂ ਮੰਡੀ ਦੇ ਵਿੱਚ ਸੀ, ਸਾਰੀ ਦਿਨ ਹੋਟਲ ਸੀ। ਸਰ ਉਹ ਵੀ ਸਰ ਆਰੋਪ ਲੱਗਦੇ ਕਿ ਪਿਕ ਐਂਡ ਚੂਜ਼ ਹੈ ਵੀ ਤੁਸੀਂ ਇੱਕ ਵਾਰੀ ਕਿਉਂ ਨਹੀਂ ਆਡਿਟ ਕਰਾਉਂਦੇ ਜੀ ਪੂਰੇ ਸ਼ਹਿਰ ਦਾ, ਜਾਂ ਕਿ ਜ਼ੋਨ ਵਾਈਜ਼ ਕਰਾ ਲਓ ਆਡਿਟ ਕਰਾ ਕੇ ਵੀ ਜਿਹੜੀਆਂ ਇਲੀਗਲ ਬਿਲਡਿੰਗਸ ਬਣੀਆਂ ਉਹਨਾਂ ਨੂੰ ਨੋਟਿਸ ਦੇ ਦਿਓ ਜਾਂ ਟਾਈਮ ਦੇ ਦਿਓ ਜੀ, ਉਹਨਾਂ ਨੂੰ ਵੀ ਠੀਕ ਕਰ ਲਓ ਜਾਂ ਜੋ ਵੀ ਤੁਹਾਡੀ ਪਾਲਿਸੀ ਹੈ। ਵੀ ਜਦੋਂ ਟੀਮ ਜਾਂਦੀ ਹੈ ਹਮੇਸ਼ਾ ਇਹ ਆਰੋਪ ਲੱਗਦੇ ਨੇ ਵੀ ਮੇਰੇ ਗੁਆਂਢੀ ਨੇ ਬਣਾਇਆ ਜਾਂ ਮੇਰੇ ਸਾਹਮਣੇ ਨੇ ਬਣਾਇਆ ਜਾਂ ਮੇਰੇ ਪਿਛਲੇ ਨੇ ਬਣਾਇਆ ਤੇ ਤੁਸੀਂ ਮੇਰਾ ਕਿਉਂ ਰੋਕ ਰਹੇ ਹੋ? ਦੇਖੋ, ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਥਾਵਾਂ ਉੱਤੇ ਬਿਲਡਿੰਗ ਪਾਸ ਨਹੀਂ ਹੋ ਸਕਦੀ ਜੀ। ਜਿਵੇਂ ਹੁਣ ਤੁਸੀਂ ਗੱਲ ਕਰ ਲਓ ਕਿ ਆਲੂ ਮੰਡੀ ਹੈ, ਆਲੂ ਮੰਡੀ ਦੇ ਵਿੱਚ ਜੇ ਅੱਜ ਕਹਿ ਦਈਏ ਕਿ ਉੱਥੇ ਕੋਈ ਜਿਹੜੀ ਬਿਲਡਿੰਗ ਬਣੀ ਆ ਉਹ ਰੈਗੂਲਰਾਈਜ਼ ਹੋ ਸਕਦੀ, ਉਹਦਾ ਪੋਸੀਬਿਲਿਟੀ ਹੈ ਨਹੀਂ ਰੈਗੂਲਰਾਈਜ਼ ਹੋਣ ਦੀ।
ਇਸੇ ਤਰੀਕੇ ਨਾਲ ਕਈ ਮੰਨ ਲਓ ਐਵਨਿਊਜ਼ ਹੈਗੀਆਂ, ਬਸੰਤ ਐਵਨਿਊ, ਗ੍ਰੀਨ ਐਵਨਿਊ, ਇਹਨਾਂ ਦੇ ਵਿੱਚ ਰੈਜ਼ੀਡੈਂਸ਼ੀਅਲ ਏਰੀਆਜ਼ ਨੂੰ ਕਨਵਰਟ ਕਰਕੇ ਕਮਰਸ਼ੀਅਲ ਬਿਲਡਿੰਗਾਂ ਬਣ ਗਈਆਂ ਨੇ। ਸੋ ਇਹ ਬਿਲਡਿੰਗਾਂ ਜਿਹੜੀਆਂ ਕਿਸੇ ਵੀ ਹੱਦ 'ਚ ਰੈਗੂਲਰਾਈਜ਼ ਨਹੀਂ ਹੋ ਸਕਦੀਆਂ, ਕੋਈ ਵੀ ਕਾਨੂੰਨ ਸਰਕਾਰ ਦਾ ਕਿਤੇ ਵੀ ਇਹ ਪ੍ਰੋਵੀਜ਼ਨ ਹੈ ਨਹੀਂ ਹੈ ਕਿ ਇਹਨਾਂ ਨੂੰ ਰੈਗੂਲਰਾਈਜ਼ ਕਰ ਸਕੀਏ। ਸੋ ਇਹਨਾਂ ਨੂੰ ਸਾਨੂੰ ਤੋੜਨਾ ਪੈਣਾ। ਨਹੀਂ ਸਰ, ਮੇਰਾ ਸਰ ਸਵਾਲ ਹੈ ਜੀ, ਮਤਲਬ ਕਿਤੇ ਦੇਖੋ ਨਾ, ਪਿਕ ਐਂਡ ਚੂਜ਼ ਵਾਲੀ ਗੱਲ ਆਉਂਦੀ ਜੀ। ਕਿਤੇ ਇੱਕ ਵਾਰੀ ਪੂਰੇ ਤੁਸੀਂ ਏਰੀਆ ਨੂੰ ਨੋਟਿਸ ਦੇ ਦਿਓ ਜਾਂ ਉੱਥੇ ਬਣਨ ਦਿਓ, ਫਿਰ ਜਿਹੜੇ ਬਣਾਉਂਦੇ ਆ, ਜਿਹੜੇ ਲੋਕ ਪੈਸੇ ਲੈ ਕੇ ਬਣਾਉਂਦੇ ਆ, ਤੁਹਾਡੇ ਡਿਪਾਰਟਮੈਂਟ 'ਚ ਕੁਝ ਬਲੈਕ ਸ਼ੀਪਸ ਹੈਗੀਆਂ। ਇੱਕ ਸਾਡੇ ਨੋਟਿਸ ਮਾਮਲਾ ਆਇਆ ਸੀਗਾ ਬਸੰਤ ਐਵਨਿਊ ਦਾ ਮਾਮਲਾ ਜੀ। CLU ਹੋ ਨਹੀਂ ਸਕਦਾ, ਪਰ ਅਧਿਕਾਰੀਆਂ ਨੇ ਪੈਸੇ ਲਏ, ਬਾਈ ਚੈੱਕ ਪੇਮੈਂਟ ਹੋਈ ਹੈ, CLU ਕਰਾਤਾ। ਜਿਹੜਾ ਦੇਣ ਵਾਲਾ ਉਹਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਹੈ ਨਾ ਜੀ, ਉਹਨਾਂ ਅਧਿਕਾਰੀਆਂ ਤੇ ਕੀ ਕਾਰਵਾਈ ਹੁੰਦੀ ਹੈ? ਦੇਖੋ, ਮੈਂ ਤੁਹਾਨੂੰ ਉਹ ਗੱਲ ਕਰਾਂਗਾ, ਕੰਪੀਟੈਂਟ ਅਥਾਰਟੀ ਇੱਕ ਕਮਿਸ਼ਨਰ ਹੁੰਦਾ ਜਿਹੜਾ ਵਿੱਚ CLU ਪਾਸ ਕਰਨ ਦੀ ਅਧਿਕਾਰ ਜਿਹਨੂੰ ਹੈਗੇ ਨੇ। ਸੋ ਤੁਸੀਂ ਮੈਨੂੰ ਦਿਖਾਇਆ, ਮੈਂ ਇਹੋ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਜਿਸ ਬੰਦੇ ਨਾਲ ਇਸ ਤਰ੍ਹਾਂ ਦਾ ਗੱਲ ਹੋਈ ਹੈ ਉਹਦੇ ਕੋਲ ਸਾਨੂੰ ਸ਼ਿਕਾਇਤ ਦਵਾਈ ਜਾਵੇ। ਅਸੀਂ ਉਹਦੀ ਤਹਿ ਤੱਕ ਜਾਵਾਂਗੇ, ਔਰ ਜੇ ਉਹਦੇ ਵਿੱਚ ਸਾਡੇ ਕਰਮਚਾਰੀ ਅਧਿਕਾਰੀ ਕੋਈ ਉਹਦੇ 'ਚ ਦੋਸ਼ੀ ਪਾਏ ਜਾਂਦੇ ਨੇ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਔਰ ਇਸ ਤਰ੍ਹਾਂ ਦੇ ਮਤਲਬ ਹੁਣ ਤੇ ਆਨਲਾਈਨ ਪ੍ਰੋਸੈਸ ਹੈ ਇਸ ਵੇਲੇ। CLU ਦੀ ਐਪਲੀਕੇਸ਼ਨ ਆਉਂਦੀ ਹੈ ਔਰ ਸਟਾਰਟਿੰਗ ਫਰੋਮ ਬਿਲਡਿੰਗ ਇੰਸਪੈਕਟਰ ਤੋਂ ਲੈ ਕੇ ਕਮਿਸ਼ਨਰ ਤੱਕ ਜਿਹੜੀ ਆ ਉਹ ਪ੍ਰੋਸੈਸ ਜਾਂਦੀ ਹੈ, ਕਮਰਸ਼ੀਅਲ ਬਿਲਡਿੰਗ ਦਾ ਖਾਸ ਤੌਰ ਤੇ। ਔਰ ਟਾਈਮ ਬਾਉਂਡ ਅਸੀਂ ਕੀਤਾ ਹੋਇਆ, ਅਸੀਂ ਉਹਨੂੰ ਮੋਨੀਟਰ ਕਰਦੇ ਹਾਂ ਵੀ ਕਿਸ ਬੰਦੇ ਨੇ ਕਿਸ ਵਜ੍ਹਾ ਕਰਕੇ ਬਿਲਡਿੰਗ ਜਿਹੜੀ ਫਾਈਲ ਹੈ ਵਾਪਸ ਭੇਜੀ ਆ ਥੱਲੇ, ਕੋਈ ਆਬਜੈਕਸ਼ਨ ਜਾਇਜ਼ ਆ, ਬਾਰ-ਬਾਰ ਆਬਜੈਕਸ਼ਨਸ ਨਹੀਂ ਲਗਾ ਰਿਹਾ। ਬਿਲਕੁਲ ਅਸੀਂ ਇਹਨਾਂ ਨੂੰ ਸਟ੍ਰਿਕਟ ਇੰਸਟਰਕਸ਼ਨ ਦਿੱਤੀਆਂ ਹੋਈਆਂ ਕਿ ਟਾਈਮ ਬਾਉਂਡ ਉਹਨਾਂ ਨੇ ਆਪਣੀ ਕਲੀਅਰ ਕਰਨੀ ਹੈ ਫਾਈਲ। ਸੋ ਉਹਦੇ ਵਿੱਚ ਜਿਹਨੂੰ ਕਹਿੰਦੇ ਕਿ ਫੇਸਲੈਸ ਕਿਸੇ ਵੀ ਵਿਅਕਤੀ ਦੀ ਸਿੱਧੀ ਸਾਡੇ ਨਾਲ ਕੋਈ ਜਿਹਨੂੰ ਕਹਿੰਦੇ ਸਾਡਾ ਉਹਨਾਂ ਦਾ ਸਿੱਧਾ ਕੋਈ ਵਾਹ ਨਹੀਂ ਪੈਂਦਾ, ਫੇਸਲੈਸ ਪ੍ਰੋਸੈਸ ਆ। ਔਰ ਉਹਦੇ ਵਿੱਚ ਫਾਈਲ ਮੂਵ ਕਰਨੀ ਆ, ਟਾਈਮ ਬਾਉਂਡ ਪ੍ਰੋਸੈਸ ਆ, ਆਟੋ ਜੰਪ ਹੋ ਜਾਂਦਾ। ਜੇ ਕੋਈ ਬੰਦਾ ਫਾਈਲ ਨਹੀਂ ਡੀਲ ਕਰਦਾ, ਉਸ ਤੋਂ ਆਪਣੇ ਆਪ ਅਪਰੂਵ ਹੋ ਕੇ ਅਗਲੇ ਲੈਵਲ ਤੇ ਚਲ ਜਾਂਦੀ ਫਾਈਲ। ਨਹੀਂ ਸਰ, ਇੱਕ ਆਰੋਪ MLA ਲੈਵਲ ਦਾ ਲਗਾ ਰਿਹਾ ਜੀ, ਵੀ ਕਹਿੰਦੇ ਵੀ ਦਲਾਲਾਂ ਦਾ ਰਾਜ ਹੈ, ਬਿਲਡਿੰਗ ਦੇ ਅਸੀਂ ਸ਼ਿਕਾਇਤ ਕਰਦੇ ਹਾਂ, ਕੁਝ ਹੁੰਦੀ ਨਹੀਂ। ਉਹਨਾਂ ਗ੍ਰੀਨ ਐਵਨਿਊ ਬਿਲਡਿੰਗ ਦੀ ਵੀ ਗੱਲ ਕੀਤੀ ਸੀ। ਦੇਖੋ ਅਸੀਂ ਸਾਰੇ ਸਤਿਕਾਰ ਕਰਦੇ ਹਾਂ ਸਭ ਦਾ, ਔਰ ਅਸੀਂ ਉਹਨਾਂ ਦੀਆਂ ਇੰਸਟਰਕਸ਼ਨਸ ਦੇ ਅਨੁਸਾਰ ਅਸੀਂ ਕੋਈ ਵੀ ਜੇ ਕੋਈ ਸਾਡੇ ਇਲੀਗੈਲਿਟੀ ਸਾਡੇ ਧਿਆਨ 'ਚ ਲਿਆਉਂਦੀ, ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ। ਬਿਲਡਿੰਗਾਂ ਦੇ ਉੱਤੇ ਅਸੀਂ ਨੋਟਿਸ ਵੀ ਕੱਢ ਦਿੱਤੇ ਉਹਨਾਂ ਨੂੰ। ਕਿਸੇ ਨੇ ਨਕਸ਼ਾ ਪਾਸ ਕਰਾ ਕੇ ਨਕਸ਼ੇ ਦੀ ਵਾਇਲੇਸ਼ਨ ਕੀਤੀ ਹੈ, ਅਸੀਂ ਉਹਨਾਂ ਨੂੰ ਨੋਟਿਸ ਕੱਢ ਦਿੱਤਾ ਕਿ ਆਪਣੀ ਵਾਇਲੇਸ਼ਨ ਜਿਹੜੀਆਂ ਨੇ ਉਹ ਰਿਮੂਵ ਕਰੋ। ਨਹੀਂ ਸਰ, ਮੇਰਾ ਇੱਕ ਸਵਾਲ ਹੈ ਜੀ, ਵੀ ਕਿਸੇ ਜ਼ੋਨ ਵਾਈਜ਼ ਅਸੀਂ ਆਡਿਟ ਕਿਉਂ ਨਹੀਂ? ਦੇਖੋ, ਏਜੰਸੀ ਹਾਇਰ ਕਰਕੇ ਜੀ ਉਹਦੀ ਆਡਿਟ, ਉਹਦੇ ਨਾਲ ਦੋ ਫਾਇਦੇ ਹੋਣਗੇ ਜੀ। ਇੱਕ ਤਾਂ ਲੋਕਾਂ ਨੂੰ ਮੈਸੇਜ ਚਲਾ ਜਾਏਗਾ ਵੀ ਹੁਣ ਜੋ ਹੋ ਗਿਆ ਨਹੀਂ ਹੋਣਾ, ਤੇ ਜਿਹਨੇ ਗਲਤ ਕੰਮ ਕੀਤਾ, ਮੰਨ ਲਓ ਉਹਦੇ 'ਚ ਕੋਈ ਵੀ ਹੈ ABCD, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਜੀ, ਉਹਦਾ ਇਹ ਫਾਇਦਾ ਹੋਏਗਾ ਕਿ ਉਹਨੂੰ ਵੀ ਲੱਗ ਜਾਊਗਾ ਪਤਾ ਵੀ ਹੁਣ ਕੰਮ ਅੱਗੋਂ ਤੋਂ ਗਲਤ ਨਹੀਂ ਕਰਨਾ, ਤੇ ਬਾਕੀ ਜਿਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਇੰਨਾ ਜੁਰਮਾਨਾ ਪਏਗਾ ਜੀ। ਬਿਲਕੁਲ ਸਹੀ ਗੱਲ ਤੁਹਾਡੀ। ਇਹਦਾ ਏਜੰਸੀ ਹਾਇਰ ਕਰਕੇ ਈਵਨ ਸਾਡੇ ਆਪਣਾ ਸਟਾਫ ਵੀ, ਚਲੋ ਨੰਬਰ ਘੱਟ ਹੈਗਾ, ਇਹੋ ਜਿਹਾ ਆਡਿਟ ਕੀਤਾ ਜਾ ਸਕਦਾ ਜਿਹਦੇ ਵਿੱਚ ਪਤਾ ਲੱਗ ਜਾਏਗਾ ਕਿ ਇਹ ਫਲਾਣੀ ਬਿਲਡਿੰਗ ਬਣੀ ਹੈ, ਇਹਦੇ ਵਿੱਚੋਂ ਕਿੰਨੀ ਚੀਜ਼ ਕੰਪਾਊਂਡੇਬਲ ਹੈ, ਕਿੰਨੀ ਨਾਨ ਕੰਪਾਊਂਡੇਬਲ ਆ, ਤਾਂ ਕਿ ਬੰਦੇ ਨੂੰ ਪਤਾ ਲੱਗ ਜਾਏ ਕਿ ਮੈਂ ਇਹਨੂੰ ਇਹ ਤੋੜਨਾ ਪੈਣਾ। ਜੇ ਮੈਂ ਆਪਣੇ ਬਿਲਡਿੰਗ ਨੂੰ ਰੈਗੂਲਰਾਈਜ਼ ਕਰਾਉਣਾ ਵਾ ਤੇ ਮੈਨੂੰ ਇਹ ਚੀਜ਼ ਤੋੜਨੀ ਪੈਣੀ। ਇਹ ਕੰਮ ਕੀਤਾ ਜਾ ਸਕਦਾ ਹੈ। ਔਰ ਅਸੀਂ ਉਹਦੇ ਲਈ ਸਰ ਇਹ ਵੀ ਅਗਰ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਿਸਰਚ ਪੂਰਾ ਪਲਾਨਿੰਗ ਡਿਪਾਰਟਮੈਂਟ ਹੈ ਜੀ, ਉਹਨਾਂ ਦੀ ਮਦਦ ਲੈ ਸਕਦੇ ਹੋ ਤੁਸੀਂ। ਬਿਲਕੁਲ ਹੈਗਾ ਸਾਡਾ। ਅਸੀਂ ਉਹਨਾਂ ਦੇ ਸਟੂਡੈਂਟਸ ਜਿਹੜੇ ਉਹਨਾਂ ਨੂੰ ਐਜ਼ ਅ ਇੰਟਰਨਸ ਆਪਣੇ ਕੋਲ ਰੱਖ ਕੇ ਸਰਵੇ ਵੀ ਕਰਵਾ ਸਕਦੇ ਹਾਂ। ਚਲੋ ਸਰ, ਬੜੀ ਵਧੀਆ ਸੁਜੈਸ਼ਨ ਤੁਹਾਡੀ ਹੈ, ਵੀ ਵਿਲ ਡੈਫੀਨਿਟਲੀ ਵਰਕ ਔਨ ਇਟ। ਅੱਛਾ ਸਰ, ਤੁਸੀਂ ਟੋਇੰਗ ਵਾਸਤੇ 10 ਖਰੀਦ ਲੀਆਂ ਜੀ ਗੱਡੀਆਂ, ਕਿਤੇ ਗੱਡੀ ਗਲਤ ਪਾਰਕਿੰਗ ਹੁੰਦੀ ਹੈ ਉਹ ਚੱਕ ਕੇ ਲੈ ਜਾਂਦੇ ਜੀ, ਉਹਦੇ 'ਚ ਕਾਰਪੋਰੇਸ਼ਨ ਨੂੰ ਵੀ ਥੋੜਾ ਪੈਸਾ ਆਉਂਦਾ। ਪਰ ਕਈ ਜਗ੍ਹਾ ਤੇ ਦੇਖਿਆ ਜੀ ਜਿੱਥੇ ਯੈਲੋ ਲਾਈਨ ਨਹੀਂ ਹੈ, ਗੱਡੀ ਉੱਥੇ ਬਿਲਕੁਲ ਤਰਤੀਬ ਵਾਈਜ਼ ਖੜੀ ਹੈ, ਫਿਰ ਵੀ ਉਹ ਚੁੱਕ ਲੈਂਦੇ ਨੇ। GT ਰੋਡ ਤੇ ਦੇਖੋ ਯੈਲੋ ਲਾਈਨ ਨਹੀਂ ਹੈ, ਮੈਂ ਬੈਂਕ ਜਾਣਾ ਮੰਨ ਲਓ ਜਾਂ ਮੈਂ ਸਕੂਲ ਜਾਣਾ ਬੱਚੇ ਦੇ, ਗੱਡੀ ਖੜੀ ਕਰਦੇ ਆ ਤੇ ਪਾਰਕਿੰਗ ਦੀ ਫੈਸਿਲਿਟੀ ਜਿੱਥੇ ਨਹੀਂ ਹੈ, ਪਾਰਕਿੰਗ ਤਾਂ ਦਿਓ ਨਾ। ਫਿਰ ਤੁਸੀਂ ਟੋ ਕਰੋ, ਜੇ ਪਾਰਕਿੰਗ ਹੈਗੀ, ਕੋਈ ਬੰਦਾ ਨਹੀਂ ਫੋਲੋ ਕਰ ਰਿਹਾ, ਫਿਰ ਦਿਓ ਉਹਨੂੰ ਜੁਰਮਾਨਾ ਕਰੋ, ਪਰ ਆਪਣੀ ਜ਼ਿੰਮੇਵਾਰੀ ਵੀ ਪੂਰੀ ਕਰੋ ਪਹਿਲੇ। ਜਿੱਥੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਬਹੁਤੀਆਂ ਥਾਵਾਂ ਤੇ ਸਾਡੇ ਵੱਲੋਂ ਯੈਲੋ ਲਾਈਨ ਮਾਰਕਿੰਗ ਹੋਈਆਂ ਨੇ, ਕਈ ਥਾਵਾਂ ਤੇ ਮਿਸਿੰਗ ਹੈਗੀਆਂ ਨੇ, ਉਹ ਅਸੀਂ ਨਾਲ ਕਿਉਂਕਿ ਸਾਡੇ ਟ੍ਰੈਫਿਕ ਪੁਲਿਸ ਦੇ ਨਾਲ ਲਗਾਤਾਰ ਹੀ ਅਭਿਆਨ ਚੱਲ ਰਿਹਾ ਹੈ, ਔਰ ਉਹਨਾਂ ਵੱਲੋਂ ਵੀ ਸਾਨੂੰ ਜਿੱਥੇ ਲਾਈਨ ਲਗਵਾ ਕੇ ਕਿਹਾ ਗਿਆ, ਅਸੀਂ ਉੱਥੇ ਲਾਈਨਸ ਲਗਵਾਈਆਂ ਗਈਆਂ। ਜਿੱਥੇ ਮਿਸਿੰਗ ਹੈਗੀਆਂ ਉੱਥੇ ਅਸੀਂ ਲਾਈਨਸ ਪੂਰੀਆਂ ਕਰਵਾ ਦੇਵਾਂਗੇ। ਔਰ ਜਿੱਥੇ ਸਾਡੇ ਸਟੈਂਡਸ ਬਣੇ ਹੋਏ ਆ ਪ੍ਰੋਪਰ, ਅਸੀਂ ਕੰਟਰੈਕਟਰ ਨੂੰ ਦਿੱਤੇ ਹੋਏ ਨੇ, ਉਹ ਅਸੀਂ ਉਹਨਾਂ ਦਾ ਬਿਲਕੁਲ ਜਿਹੜਾ ਹੈਗਾ ਉਹਨੂੰ ਅਸੀਂ ਕਰ ਦੇਵਾਂਗੇ, ਉਹਨੂੰ ਸਟ੍ਰੀਮਲਾਈਨ ਕਰ ਦੇਵਾਂਗੇ ਥੋੜ੍ਹੇ ਦਿਨਾਂ ਦੇ ਵਿੱਚ। ਟੀਰਿੰਗ ਟਰਬਲ ਨਵੀਂ ਚੀਜ਼ ਹੈਗੀ ਆ, ਤਾਂ ਟੀਰਿੰਗ ਟਰਬਲ ਆਉਂਦੀਆਂ ਨੇ। ਨਹੀਂ ਸਰ, ਉਹਦੇ ਤਦ ਤੱਕ ਹੁੰਦਾ ਕਿ ਇਹ ਇੰਸਟਰਕਸ਼ਨ ਦੇ ਦਿਓ ਜੀ। ਲੋਕ ਬੜੇ ਦੇਖੋ ਖਾਫਾ ਨੇ, ਉਹ ਜਿੱਥੇ ਯੈਲੋ ਲਾਈਨ ਹੈਗੀ ਹੈ ਠੀਕ ਹੈ, ਫਾਈਨ ਬਾਹਰੋਂ ਕੀਤੀ ਉਹਦਾ ਚੱਕ ਲਓ, ਜਾਂ ਪਾਰਕਿੰਗ ਜਿੱਥੇ ਉਹ ਪਾਰਕਿੰਗ 'ਚ ਨਹੀਂ ਕਰਦਾ ਚੁੱਕ ਲਓ, ਪਰ ਜਿੱਥੇ ਯੈਲੋ ਲਾਈਨ ਹੀ ਨਹੀਂ ਹੈ ਉਹਨਾਂ ਨੂੰ ਕਹਿ ਦਿਓ ਵੀ ਉਹਨਾਂ ਚਿਰ ਤੇ ਗੱਡੀ ਜੇ ਠੀਕ ਲੱਗੀ ਤੇ ਨਾ ਚੁੱਕੋ। ਸੋ ਇਹ ਅਸੀਂ ਇੰਸਟਰਕਸ਼ਨਸ ਕਰ ਲੈਣੇ, ਪਹਿਲਾਂ ਯੈਲੋ ਲਾਈਨਸ ਲਗਵਾ ਦੇਣੇ ਇਮੀਡੀਏਟਲੀ। ਅੱਛਾ ਸਰ, ਈ-ਰਿਕਸ਼ਾ ਇਸ ਕਰਕੇ ਲਿਆਂਦੇ ਸੀਗੇ ਵੀ ਈ-ਰਿਕਸ਼ਾ ਤੇ ਟ੍ਰੈਫਿਕ ਜਿਹੜੀ ਹੈ ਹੈਜ਼ਰ ਜਿਹੜੀਆਂ ਪੋਲਿਊਸ਼ਨ ਨੂੰ ਕੰਟਰੋਲ, ਪਰ ਇਹ ਤਾਂ ਹੁਣ ਬਹੁਤ ਜ਼ਿਆਦਾ ਮੁਸੀਬਤ ਬਣ ਗਈ ਹੈ ਜੀ। ਤੇ ਇਹਦੇ ਨਾਲ ਹੀ ਸਰ ਸਵਾਲ ਹੈ ਜੀ ਮੇਰਾ,
ਰਜਿਸਟ੍ਰੇਸ਼ਨ ਕੋਈ ਨਹੀਂ ਹੈ। ਕਾਰਪੋਰੇਸ਼ਨ ਨੇ ਇੱਕ ਬਿਆਨ ਚਲਾਇਆ ਸੀ, ਤੁਸੀਂ ਇਹਨੂੰ ਕਨਵਰਟ ਕਰਨ ਦੀ ਵੀ ਗੱਲ ਕੀਤੀ ਸੀ, ਪਰ ਉਹ ਵੀ ਖੂਹ ਖਾਤੇ ਪੈ ਗਿਆ ਠੰਡੇ ਬਸਤੇ 'ਚ। ਖੂਹ ਖਾਤੇ ਨਹੀਂ, ਮੈਂ ਤੁਹਾਨੂੰ ਦੱਸਦਾ ਕਿ ਸਾਡਾ ਸਮਾਰਟ ਸਿਟੀ ਮਿਸ਼ਨ ਦੇ ਵਿੱਚ ਇਹ ਦੁਨੀਆ ਦੇ ਇੰਡੀਆ ਦੇ 64 ਸ਼ਹਿਰਾਂ ਨੇ ਆਪੋ ਆਪਣੇ ਪ੍ਰੋਜੈਕਟਸ ਜਿਹੜੇ ਪੇਸ਼ ਕੀਤੇ ਸੀ ਜੀ। ਉਹਨਾਂ ਦੇ ਵਿੱਚੋਂ 12 ਜਿਹੜੇ ਚੂਜ਼ ਕੀਤੇ ਗਏ ਔਰ ਗਵਰਨਮੈਂਟ ਆਫ ਇੰਡੀਆ ਨੇ ਇਹ ਕੰਪੀਟੀਸ਼ਨ ਕਰਵਾਇਆ ਸੀ। ਫਰਾਂਸ ਦੀ ਡਿਵੈਲਪਮੈਂਟ ਏਜੰਸੀ ਆ, ਉਹਨੇ ਫੰਡਿੰਗ ਕਰਨੀ ਸੀ। 80 ਕਰੋੜ ਰੁਪਏ ਦਾ ਸਾਨੂੰ ਲੋਨ ਸੈਂਕਸ਼ਨ ਹੋਇਆ, ਗਵਰਨਮੈਂਟ ਆਫ ਇੰਡੀਆ ਨੇ ਲੋਨ ਲਿਆ ਔਰ 28 ਕਰੋੜ ਰੁਪਇਆ ਸਮਾਰਟ ਸਿਟੀ ਚੋਂ ਦੇਣਾ ਸੀ। 108 ਕਰੋੜ ਦਾ ਪ੍ਰੋਜੈਕਟ ਸੀ। ਇਹਦੇ ਵਿੱਚ ਅਸੀਂ 12,000 ਆਟੋ ਜਿਹੜੇ ਸੀ ਨਾ ਡੀਜ਼ਲ ਆਟੋ ਨੂੰ ਰਿਪਲੇਸ ਕਰਨਾ ਸੀ ਈ ਆਟੋ ਦੇ ਨਾਲ ਜੀ। ਹੁਣ ਈ ਆਟੋ ਤੇ ਈ ਰਿਕਸ਼ਾ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਈ ਆਟੋ ਇੱਕ ਸਟੱਡੀ ਚੀਜ਼ ਆ ਜਿਹੜੀ ਪ੍ਰੋਪਰ ਕੰਪਨੀ ਬਣਾ ਰਹੀ ਆ। ਈ ਰਿਕਸ਼ਾ ਜਿਹੜੇ ਨੇ ਉਹ ਥੋੜੀ ਹੌਲੇ ਲੈਵਲ ਦੀ, ਉਹਨਾਂ ਦੀ ਬੈਟਰੀ ਵੀ ਪੂਰ ਹੈਗੀ ਆ, ਉਹਨਾਂ ਦੀ ਖਿਚਾਈ ਵੀ ਪੂਰ ਹੈਗੀ ਆ, ਕਪੈਸਿਟੀ, ਉਹਨਾਂ ਲਾਈਫ ਵੀ ਪੂਰ ਹੈਗੀ ਆ। ਸੋ ਪਰ ਉਹਦੀ ਕੀਮਤ ਜਿਹੜੀ ਉਹ 1.25 ਲੱਖ ਦੇ ਲੱਗ ਸਕੀ ਆ। ਜਿਹੜਾ ਸਾਡੇ ਵਾਲਾ ਈ ਆਟੋ ਹੈ ਉਹਦੀ ਕੀਮਤ 3.5 ਲੱਖ ਹੈ। ਪਰ ਅਸੀਂ ਉਸ ਚੀਜ਼ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਸਕੀਮ ਹੈ ਉਹਦੇ ਵਿੱਚ 1,25,000 ਰੁਪਏ ਸਬਸਿਡੀ ਹੈ ਜੀ, ਜਿਹੜਾ ਸਮਾਰਟ ਸਿਟੀ ਪੇ ਕਰ ਰਿਹਾ। 15,000 ਰੁਪਏ ਉਹਨੂੰ ਅਸੀਂ ਹੋਰ ਦੇ ਰਹੇ ਹਾਂ ਸਕ੍ਰੈਪਿੰਗ ਫੀਸ ਦੇ। ਜਦੋਂ ਉਹਦਾ ਡੀਜ਼ਲ ਆਟੋ ਸਕ੍ਰੈਪ ਹੋਣਾ ਵਾ ਤਾਂ ਉਹਨੂੰ 15,000 ਰੁਪਏ ਸਕ੍ਰੈਪਿੰਗ ਫੀਸ ਨਾਲ ਮਿਲਣੀ ਹੈ। ਸੋ ਤਕਰੀਬਨ ਜੇ 3.5 ਲੱਖ ਦਾ ਆਟੋ ਸੀ ਉਹਦੇ ਵਿੱਚੋਂ 1,40,000 ਰੁਪਏ ਉਹਨੂੰ ਅਸੀਂ ਦੇ ਦਿੱਤਾ। ਇਸ ਤੋਂ ਬਿਨਾਂ ਆਸਾਨ ਕਿਸ਼ਤਾਂ ਨੇ, ਬਹੁਤ ਕੰਸੈਸ਼ਨਲ ਰੇਟ ਆਫ ਇੰਟਰਸਟ ਦੇ ਉੱਤੇ ਬੈਂਕਾਂ ਨਾਲ ਵੀ ਸਾਡਾ ਟਾਈ ਅਪ ਹੈਗਾ। ਨਹੀਂ ਸਰ, ਇਹ ਤਾਂ ਸਾਰੀਆਂ ਤੁਹਾਡੀਆਂ ਸਕੀਮਸ ਨੇ ਜੀ, ਬਟ ਇਸ ਵੇਲੇ ਤਾਂ ਸ਼ਹਿਰ ਚੌਕ ਹੈ ਜੀ ਵੇਲਾ। ਮੈਂ ਤੁਹਾਨੂੰ ਉਹ ਦੱਸ ਰਿਹਾ ਨਾ, ਸਾਡੀ ਜਿਹੜੀ ਸਕੀਮ ਹੈ ਈ ਆਟੋ, ਉਹਨੂੰ ਕੰਪੀਟ ਕਰ ਰਿਹਾ ਹੈ ਈ ਰਿਕਸ਼ਾ, ਜਿਹੜਾ ਇਸ ਵੇਲੇ ਟੋਟਲ ਮੈਂ ਤੁਹਾਨੂੰ ਦੱਸਾਂਗਾ ਗਿਣਤੀ 50,000 ਦੇ ਲੱਗ ਸ਼ਕੇ ਈ ਰਿਕਸ਼ਾ ਸ਼ਹਿਰ ਦੇ। ਉਹਨੇ ਆਟੋ ਨਹੀਂ ਜਿਹਨੇ ਈ ਰਿਕਸ਼ਾ ਹੋ ਗਿਆ ਜੀ। ਹੁਣ ਮੈਂ ਤੁਹਾਨੂੰ ਸਾਡੇ ਆਟੋ ਈ ਆਟੋ ਦੇ ਸਾਰੇ 160 ਹੈਗੇ ਇਸ ਵੇਲੇ ਰਾਈਟ ਨਾਓ। 50,000 ਦੇ ਲਾਗੇ ਈ ਰਿਕਸ਼ਾਜ਼ ਨੇ, ਉਹਦੇ ਵਿੱਚੋਂ ਸਿਰਫ ਤੇ ਸਿਰਫ 1100 ਰਜਿਸਟਰਡ ਨੇ। ਤੁਸੀਂ ਇਹ ਦੇਖੋ ਕਿ 49,000 ਈ ਰਿਕਸ਼ਾ ਜਿਹੜੇ ਨੇ ਉਹ ਬਿਨਾਂ ਕਿਸੇ ਨੰਬਰ ਦੇ, ਬਿਨਾਂ ਕਿਸੇ ਰਿਕਾਰਡ ਦੇ ਸ਼ਹਿਰ 'ਚ ਚੱਲ ਰਹੇ ਨੇ। ਉਹ ਅਗੇਨ ਸਿਕਿਉਰਿਟੀ ਵਾਸਤੇ ਵੀ ਬੜੀ ਵੱਡੀ ਦੇਖੋ, ਟਰਾਂਸਪੋਰਟ ਡਿਪਾਰਟਮੈਂਟ ਦੇ ਰੂਲਸ ਨੇ ਵੀ ਇਹ ਈ ਰਿਕਸ਼ਾ ਜਿਹੜੇ ਨੇ ਇਹਨਾਂ ਨੂੰ ਕੰਪਲਸਰੀਲੀ ਰਜਿਸਟ੍ਰੇਸ਼ਨ ਜ਼ਰੂਰੀ ਹੈ। ਪਰਮਿਟ ਫੀਸ ਤੋਂ ਮਾਫੀ ਹੈ, ਟੈਕਸ ਤੋਂ ਮਾਫੀ ਹੈ, ਪਰ ਰਜਿਸਟ੍ਰੇਸ਼ਨ ਤੋਂ ਕੋਈ ਮਾਫੀ ਨਹੀਂ ਹੈ। ਸੋ ਰਜਿਸਟ੍ਰੇਸ਼ਨ ਦੇਣੀ ਬਣਦੀ ਆ। ਦੂਜੀ ਗੱਲ, ਜਿਹੜੇ ਈ ਆਟੋ ਤੋਂ ਬਿਨਾਂ ਪਹਿਲਾਂ ਡੀਜ਼ਲ ਆਟੋ ਜਿਹੜੇ ਨੇ 15 ਸਾਲ ਤੋਂ ਪੁਰਾਣੇ ਬਹੁਤ ਸਾਰੇ ਚੱਲ ਰਹੇ ਜੀ 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 15 ਸਾਲ ਤੋਂ ਵੱਧ ਪੁਰਾਣੇ ਵਾਲੇ ਦੂਜੇ ਸ਼ਹਿਰਾਂ 'ਚ ਰਜਿਸਟਰ ਹੋਏ। ਅੰਮ੍ਰਿਤਸਰ ਦੇ ਵਿੱਚ 2011 ਤੋਂ ਬਾਅਦ ਨਾ ਈ ਡੀਜ਼ਲ ਆਟੋ ਤੇ ਨਾ ਹੀ ਪੈਟਰੋਲ ਆਟੋ ਰਜਿਸਟਰ ਹੋ ਸਕਦਾ। ਇੱਥੇ ਸਿਰਫ ਤੇ ਸਿਰਫ CNG ਤੇ ਜਾਂ ਇਲੈਕਟ੍ਰਿਕ ਆਟੋ ਰਜਿਸਟਰ ਹੋ ਸਕਦਾ। ਅੱਜ ਦੀ ਡੇਟ ਦੇ ਵਿੱਚ ਵੀ ਅੰਮ੍ਰਿਤਸਰ ਦੇ ਲੋਕ ਜਿਹੜੇ ਨੇ ਉਹ ਬਾਹਰ ਦਾ ਐਡਰੈਸ ਲਿਖਾ ਕੇ, ਲਾਈਕ ਅਜਨਾਲੇ ਦਾ, ਬਾਬੇ ਬਕਾਲੇ ਦਾ ਐਡਰੈਸ ਲਿਖਾ ਕੇ ਆਪਦੇ ਆਟੋ ਰਜਿਸਟਰ ਕਰਾ ਰਹੇ ਔਰ ਸ਼ਹਿਰ 'ਚ ਚਲਾ ਰਹੇ ਨੇ, ਕਿਉਂਕਿ PB02 ਨੰਬਰ ਮਿਲਣਾ। ਸੋ ਕਿਤੇ ਨਾ ਕਿਤੇ ਸਾਡੀ ਜਿਹੜੀ ਇਨਫੋਰਸਮੈਂਟ ਆ ਉਹਦੇ ਵਿੱਚ ਬਹੁਤ ਵੱਡੀ ਸਾਨੂੰ ਲੋੜ ਹੈ ਇਸ ਚੀਜ਼ ਨੂੰ ਕਰਬ ਕਰਨ ਦੀ। ਜੇ ਇਹਨਾਂ ਉੱਤੇ ਸ਼ਿਕੰਜਾ ਕੱਸ ਦਿੱਤਾ ਜਾਂਦਾ ਹੈ ਇਨਫੋਰਸਮੈਂਟ ਏਜੰਸੀਜ਼ ਵੱਲੋਂ, ਚਾਹੇ RTE ਹੈ ਚਾਹੇ ਟ੍ਰੈਫਿਕ ਪੁਲਿਸ ਵੱਲੋਂ, ਤਾਂ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਹ ਈ ਡੀਜ਼ਲ ਆਟੋ ਤੋਂ ਇਮੀਡੀਏਟਲੀ ਈ ਆਟੋ ਵੱਲ ਆਉਣਗੇ। ਜਿਹੜੀ ਚੀਜ਼ ਇੱਕ ਵਧੀਆ ਚੀਜ਼ ਅਸੀਂ ਦੇ ਰਹੇ ਹਾਂ, ਐਡੀ ਵੱਡੀ ਸਬਸਿਡੀ ਦੇ ਰਹੇ ਹਾਂ। ਸਰ ਇਨਫੋਰਸਮੈਂਟ ਯੂ ਆਰ ਪਾਰਟ ਆਫ ਅਸੀਂ ਕਾਰਪੋਰੇਸ਼ਨ। ਨਹੀਂ ਸਰ, ਮੇਰਾ ਸਵਾਲ ਸਰ ਇਹ ਹੈ, ਤੁਸੀਂ DC ਸਾਹਿਬ ਨਾਲ, CP ਸਾਹਿਬ ਨਾਲ ਇੱਕ ਸਰ ਜੁਆਇੰਟ ਮੀਟਿੰਗ ਕੀਤੀ, RTE ਸਾਹਿਬ ਨੂੰ ਬੁਲਾ ਲਓ, ਇੱਕ ਜੁਆਇੰਟ ਮੀਟਿੰਗ ਕੀਤੀ ਜਾ ਸਕਦੀ ਵੀ ਇਹ ਹੈਜ਼ਰਡ ਹੈਗੀਆਂ, ਜੇ ਉਹਨਾਂ ਦੇ ਕੋਈ ਨੁਮਾਇੰਦੇ ਬੁਲਾਣੇ ਉਹਨਾਂ ਨੂੰ ਵੀ ਬੁਲਾਓ। ਬਿਲਕੁਲ। ਦੇਖੋ ਸ਼ਹਿਰ ਨੂੰ, ਡਾਕਟਰ ਸਾਹਿਬ ਦੇਖੋ ਰਿਸ਼ੀ ਸਰ, ਸ਼ਹਿਰ ਨੂੰ ਕਿਸੇ ਨਾ ਕਿਸੇ ਇਸ ਚੀਜ਼ ਤੋਂ, ਇਸ ਸਮੱਸਿਆ ਤੋਂ ਕੱਢਣਾ ਕਿਸ ਤਰ੍ਹਾਂ ਜੀ? ਤੁਸੀਂ ਯੂ ਆਰ ਦੀ ਆਫੀਸਰਸ। ਬਿਲਕੁਲ। ਅਸੀਂ ਉਹਦੇ ਵਿੱਚ ਦੇਖੋ, ਉਹਦੇ 'ਚ ਇਹ ਵੀ ਆ, ਅਸੀਂ ਗੌਰਮੈਂਟ ਨੂੰ ਵੀ ਸੁਜੈਸਟ ਕਰਾਂਗੇ ਕਿ ਇੱਕ ਨੰਬਰ ਆਫ ਈ ਰਿਕਸ਼ਾਜ਼ ਜਾਂ ਈ ਆਟੋਜ਼ ਜਿਹੜੇ ਨੇ ਸ਼ਹਿਰ ਦੇ ਵਿੱਚ ਕਿੰਨੇ ਚੱਲਣੇ, ਇਹ ਵੀ ਫਿਕਸ ਹੋਣਾ ਚਾਹੀਦਾ ਨੰਬਰ 1 ਤੇ, ਤਾਂ ਕਿ ਐਕਸੈਸ ਨਾ ਆਉਣ। ਦੂਸਰੀ ਗੱਲ, ਇਹਦੇ ਵਿੱਚ ਨੋ ਡਾਊਟ ਸਾਰੇ ਏਜੰਸੀਆਂ ਨੇ ਕੋਆਰਡੀਨੇਸ਼ਨ ਨਾਲ ਚੱਲਣਾ ਹੈ। ਟ੍ਰੈਫਿਕ ਪੁਲਿਸ ਜਾਂ RTE ਇਕੱਲਾ ਨਹੀਂ ਕਰ ਸਕਦੇ। ਅਸੀਂ ਐਜੂਕੇਟ ਕਰਦੇ ਹਾਂ, ਅਸੀਂ ਉਹਨਾਂ ਨਾਲ ਕੋਆਰਡੀਨੇਟ ਕਰਕੇ ਉਹਨਾਂ ਨੇ ਜੇ ਇਨਫੋਰਸਮੈਂਟ ਕੀਤੀ, ਅਸੀਂ ਆਲਟਰਨੇਟ ਦੇਣਾ ਉਹਨਾਂ ਨੂੰ। ਜਿਹੜੇ ਲੋਕ ਹੁਣ ਮੰਨ ਲਓ ਇਹਦੇ ਤੋਂ, ਜਿਹਦਾ 15 ਸਾਲ ਤੋਂ ਪੁਰਾਣਾ ਆਟੋ ਚੱਲ ਨਹੀਂ ਸਕਦਾ, ਉਹਨੂੰ ਕੀ ਆਲਟਰਨੇਟ ਮਿਲ ਰਿਹਾ? ਸਰ ਇੱਕ ਸੁਰੱਖਿਆ ਸਮਿਤੀ ਬਣੀ ਸੀਗੀ, ਉਹ ਕੋਈ ਦਿੰਦੇ ਹੈ, ਸੁਝਾਅ ਦਿੰਦੇ ਆ, ਮੀਟਿੰਗ ਹੁੰਦੀ ਹੈ ਰੈਗੂਲਰ, ਮੀਟਿੰਗ ਹੁੰਦੀ ਹੈ ਸਰ, ਇੰਪਲੀਮੈਂਟ ਨਹੀਂ ਹੁੰਦਾ। ਅਸੀਂ ਉਹਦੇ ਵਿੱਚ ਲਾਸਟ ਮੀਟਿੰਗ ਦੇ ਵਿੱਚ ਰਿਕੁਐਸਟ ਕੀਤੀ ਹੈ, ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਨੂੰ ਵੀ ਕਰ ਲਈ ਹੈ ਔਰ DC ਸਾਹਿਬ ਨੂੰ ਵੀ ਕੀਤੀ ਸੀ ਔਰ RTE ਸਾਹਿਬ ਨੂੰ ਵੀ ਕੀਤੀ ਹੈ। ਹੋਪਫੁਲੀ ਉਹਨਾਂ ਨੇ ਸਾਡੇ ਬੜਾ ਪੋਜ਼ਿਟਿਵ ਰਿਸਪੌਂਸ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਜੇ ਕਮਿਸ਼ਨਰ ਪੁਲਿਸ, ਤੁਸੀਂ ਦੇਖੋ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਬੜਾ ਵਧੀਆ ਤਰੀਕੇ ਨਾਲ ਸੁਧਾਰਨ ਦੇ ਵਿੱਚ ਲੱਗੇ ਹੋਏ ਨੇ ਔਰ ਕਾਫੀ ਵੱਡੇ ਵੱਡੇ ਟ੍ਰੈਫਿਕ ਬੋਟਲਨੈਕਸ ਵਾਲੇ ਚੌਂਕ, ਜਿਸ ਤਰ੍ਹਾਂ ਪੁਤਲੀ ਘਰ ਚੌਂਕ ਤੁਹਾਡਾ, ਉੱਥੇ ਇਹਨਾਂ ਨੇ ਚਾਹੇ ਬੰਦ ਕਰਕੇ ਵਿੱਚੋਂ ਉਹ ਇਫੈਕਟ ਦਿਖਦਾ ਵਾ। ਉਹ ਵੀ ਸਰ, ਜੇ ਮੈਂ ਤੁਹਾਨੂੰ ਦੱਸਦਾ ਐਡ ਆਨ ਕਰਦਾ ਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਉਹਨਾਂ ਨੇ ਮਦਦ, ਜਿਵੇਂ ਮੈਂ ਤੁਹਾਨੂੰ ਸੁਜੈਸ਼ਨ ਦਿੱਤੀ ਜੀ, ਉਹਨਾਂ ਦੀ ਮਦਦ ਨਾਲ ਉਹਨਾਂ ਨੇ ਠੀਕ ਕੀਤਾ। ਸਰ ਨਾਲ ਇਹ ਬੜਾ ਆਰੋਪ ਲੱਗਦਾ ਜੀ, ਕਾਰਪੋਰੇਸ਼ਨ ਕੋ ਪੈਸਾ ਨਹੀਂ ਹੈ। ਪਿੱਛੇ ਹਰਪਾਲ ਚੀਮਾ ਨੇ ਵੀ ਕਿਹਾ ਵੀ ਆਪਣੇ ਫਾਈਨਾਂਸ ਮਿਨਿਸਟਰ ਨੇ ਜਿਹੜੇ, ਉਹ ਕਹਿੰਦੇ ਵੀ ਹੁਣ ਬਹੁਤ ਹੀ ਜ਼ਿਆਦਾ ਫੰਡਿੰਗ ਨਹੀਂ ਕੀਤੀ ਜਾ ਸਕਦੀ। ਤੇ ਇੱਥੇ ਇਹ ਆਰੋਪ ਲੱਗਦੇ ਵੀ, ਮੈਂ ਨਹੀਂ ਕਹਿੰਦਾ ਵੀ ਸਾਰੇ ਅਫਸਰ ਚੋਰ ਨੇ ਜਾਂ ਭ੍ਰਿਸ਼ਟ ਨੇ, ਬਟ ਬਲੈਕ ਸ਼ੀਪਸ ਜਿਹੜੀਆਂ ਹੈਗੀਆਂ ਉਹਨਾਂ ਤੇ ਕਿਸੇ ਨਾ ਕਿਸੇ ਤਰ੍ਹਾਂ ਚੈੱਕ, ਉਹਨਾਂ ਨੂੰ ਡਰ ਕਿਸ ਤਰ੍ਹਾਂ ਹੁੰਦਾ ਕੀ ਹੈ ਜੀ?
ਕੋਈ ਬੰਦਾ ਫੜਿਆ ਜਾਂਦਾ ਹੈ ਤੇ ਸਸਪੈਂਡ, ਫਿਰ ਉਹ ਬਹਾਲ ਹੋ ਕੇ ਦੁਬਾਰਾ ਉੱਥੇ ਲੱਗ ਜਾਂਦਾ ਹੈ ਜੀ, ਵੀ ਕੋਈ ਇਸ ਤਰ੍ਹਾਂ ਦੀ ਕੋਈ ਸਟ੍ਰੀਮਲਾਈਨ ਕਿਆ ਕੋਈ ਪਲਾਨਿੰਗ ਬਣਾਈ ਤੁਸੀਂ ਜੀ? ਦੇਖੋ ਸਾਡੇ ਜਿਹੜੀ ਸਾਡੀ ਮੇਜਰ ਇਨਕਮ ਦਾ ਸੋਰਸ ਹੈ ਉਹ ਸਾਡੇ ਕੋਲ GST ਦਾ ਸ਼ੇਅਰ ਹੈ ਜੀ, ਔਰ ਸਾਡੀ ਤਕਰੀਬਨ 18 ਕਰੋੜ ਦੀ ਮੰਥਲੀ ਜਿਹੜੀ ਸੈਲਰੀ ਦੀ ਬਿਲਿੰਗ ਹੈਗੀ ਆ, ਸੈਲਰੀ ਜੀ, ਔਰ ਸਾਨੂੰ 12 ਤੋਂ 13 ਕਰੋੜ ਰੁਪਏ ਜਿਹੜਾ GST ਦਾ ਸ਼ੇਅਰ ਆਉਂਦਾ। ਫਿਰ ਸਾਡੀ ਆਪਣੀ ਇਨਕਮ ਜਿਹੜੀਆਂ ਆ ਉਹ ਪ੍ਰੋਪਰਟੀ ਟੈਕਸ ਹੈ, ਬਿਲਡਿੰਗ ਫੀਸ ਸਭ ਤੋਂ ਵੱਡਾ 54 ਕਰੋੜ ਰੁਪਏ ਲਾਸਟ ਈਅਰ ਬਿਲਡਿੰਗ ਫੀਸ ਦਾ ਅਸੀਂ ਰਿਸੀਵ ਕੀਤਾ, ਪ੍ਰੋਪਰਟੀ ਟੈਕਸ ਹੈ। ਉਸ ਤੋਂ ਬਾਅਦ ਫਿਰ ਸਾਡਾ ਵਾਟਰ ਸਪਲਾਈ ਐਂਡ ਸੀਵੇਜ ਚਾਰਜਸ ਨੇ, ਲਾਇਸੈਂਸ ਫੀਸ, ਕੰਜ਼ਰਵੇਂਸੀ ਟੈਕਸ ਆ। ਸਾਡੀਆਂ ਆਪਣੀ ਇਨਕਮ ਅਸੀਂ ਮਿਲ ਮਿਲਾ ਕੇ ਅਲਟੀਮੇਟਲੀ ਜਿਹਨੂੰ ਕਹਿੰਦੇ ਸਾਡਾ ਸਿਰਫ ਸੈਲਰੀ ਬਿੱਲ ਹੀ ਜਿਹੜਾ ਉਹ 85% ਸਾਡੇ ਬਜਟ ਦਾ ਪੋਰਸ਼ਨ ਖਾ ਜਾਂਦਾ ਹੈ। ਸੋ ਕਮਿਟਡ ਐਕਸਪੈਂਸਿਸ ਤੋਂ ਬਿਨਾਂ ਹੈ। ਡਿਵੈਲਪਮੈਂਟ ਲਈ ਪੈਸੇ ਨੋ ਡਾਊਟ ਘੱਟ ਬਚਦੇ ਨੇ, ਬਹੁਤ ਘੱਟ ਬਚਦੇ ਨੇ। ਸਾਨੂੰ ਜਿਹੜੀ ਗੌਰਮੈਂਟ ਤੋਂ ਗ੍ਰਾਂਟਸ ਆਉਂਦੀਆਂ, ਚਾਹੇ ਸਟੇਟ ਗੌਰਮੈਂਟ ਤੋਂ ਆਉਂਦੀਆਂ ਜਾਂ ਸੈਂਟਰਲ ਗੌਰਮੈਂਟ ਤੋਂ ਆਉਂਦੀਆਂ, ਉਹਨਾਂ ਦੇ ਨਾਲ ਅਸੀਂ ਡਿਵੈਲਪਮੈਂਟ ਦੇ ਵਰਕਸ ਕੰਪਲੀਟ ਕਰਦੇ ਹਾਂ। ਸੋ ਨੋ ਡਾਊਟ ਜਿਹੜਾ ਹੈ ਇਹਨਾਂ ਦੇ ਵਿੱਚ ਤੁਹਾਡੀ ਗੱਲ ਸਹੀ ਹੈ ਕਿ ਇਨਕਮ ਵਧਾਉਣ ਦੇ ਵਿੱਚ ਸਾਨੂੰ ਸਾਡੇ ਕਾਫੀ ਜਿਹੜੇ ਜਿਹਨੂੰ ਕਹਿੰਦੇ ਰੈਵਨਿਊ ਦੇ ਲੀਕੇजेस ਆ ਉਹ ਪਲੱਗ ਕਰਨੀਆਂ ਬਣਦੀਆਂ। ਸਾਡਾ ਪ੍ਰੋਪਰਟੀ ਟੈਕਸ ਦੀ ਪੋਟੈਂਸ਼ੀਅਲ ਬਹੁਤ ਹੈ। ਸਾਡੀ ਪ੍ਰੋਪਰਟੀ ਟੈਕਸ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ 50 ਕਰੋੜ, ਅੱਜ ਜੇ 33 ਕਰੋੜ ਆਇਆ, 34 ਕਰੋੜ ਆਇਆ ਹੈ, ਤੇ 50 ਕਰੋੜ ਤੋਂ ਤਾਂ ਅਸੀਂ ਕਮਾ ਸਕਦੇ ਹਾਂ। ਸਾਡੇ 3.5 ਲੱਖ ਯੂਨਿਟ ਅਸੀਂ ਅਸੈਸ ਕੀਤੇ ਸੀ 2013-14 ਦੇ ਵਿੱਚ ਜਦੋਂ ਸਰਵੇ ਹੋਇਆ ਸੀ ਮੈਪ ਮਾਈ ਸਰਵੇ ਦਾ। ਸੋ ਅੱਜ ਦੀ ਡੇਟ ਦੇ ਵਿੱਚ ਸਿਰਫ 1 ਲੱਖ ਬੰਦਾ ਪ੍ਰੋਪਰਟੀ ਟੈਕਸ ਪੇ ਕਰ ਰਿਹਾ। ਉਹਦੇ ਵਿੱਚੋਂ ਵੀ ਕਮਰਸ਼ੀਅਲ ਜਿਹੜੇ ਆ ਉਹ ਬਹੁਤ ਘੱਟ ਨੇ। ਨਹੀਂ ਸਰ, ਉਹ ਚ ਐਡ ਆਨ ਕਰਨਾ ਜੀ, ਮੈਂ ਤੁਸੀਂ ਸਰਵੇ ਕਰਾਇਆ ਸੀ, ਬਹੁਤ ਪੈਸੇ ਖਰਚ ਕੀਤੇ ਜੀ। ਉਹਦਾ ਕਿਹਾ ਗਿਆ UID ਨੰਬਰ ਹੋਏਗਾ ਹਰ ਘਰ ਦਾ, ਬਟ ਉਹ ਵੀ ਕਹਿੰਦੇ ਵੀ ਠੰਡੇ ਬਸਤੇ ਚਲਾ ਗਿਆ ਜੀ। ਉਹ 2013-14 ਵਿੱਚ ਮੈਪ ਮਾਈ ਸਰਵੇ ਵਾਲਾ ਕੰਮ ਸੀ, ਉਹ ਫਿਰ ਉਸ ਤੋਂ ਬਾਅਦ ਨਹੀਂ ਅੱਗੇ ਵਧ ਨਹੀਂ ਸਕਿਆ, ਉਹਦੇ ਵਿੱਚ ਪੈਸੇ ਵੀ ਖਰਚੇ, ਤੇ ਉਸ ਸਰਵੇ ਨੂੰ ਹੁਣ ਅਸੀਂ ਦੁਬਾਰਾ, ਸਾਨੂੰ ਅੰਮ੍ਰਿਤ ਔਰ ਵਰਲਡ ਬੈਂਕ ਫੰਡਡ ਸਕੀਮ ਹੈ ਜਿਹੜੀ ਸਾਡਾ ਵਾਟਰ ਸਪਲਾਈ ਐਂਡ ਸੀਵਰੇਜ, ਉਹਦੇ ਵਿੱਚ ਸਾਨੂੰ ਵਰਲਡ ਬੈਂਕ ਨੇ ਕਿਹਾ ਕਿ ਤੁਸੀਂ ਕੋਈ ਰਿਫਾਰਮਸ ਕਰਨਾ ਚਾਹੁੰਦੇ ਹੋ, ਉਹਦੇ ਵਿੱਚ ਅਸੀਂ ਇਹ GIS ਸਰਵੇ ਦੁਬਾਰਾ ਕਰਵਾਉਣ ਦੀ ਕਵਾਇਦ ਦੇ ਵਿੱਚ ਹੈਗੇ ਹਾਂ। ਫਿਰ ਪੈਸੇ ਖਰਚ ਕਰੋਗੇ ਫਿਰ ਖਤਮ ਹੋ ਜਾਏਗਾ। ਦੇਖੋ ਉਹਦੇ ਨਾਲ ਅਲਟੀਮੇਟਲੀ ਫਾਇਦਾ ਹੋਊਗਾ, ਸਾਨੂੰ ਟੈਕਸ ਨੈਟ ਸਾਹਮਣੇ ਦਿਖ ਜੂਗਾ। ਅਸੀਂ ਜਿਹਨੂੰ ਕਹਿੰਦੇ ਸੈਟਲਾਈਟ ਇਮੇਜਸ ਤੋਂ ਦੇਖ ਸਕਦੇ ਹਾਂ ਬਿਲਡਿੰਗ ਕੀ ਹੈ, ਕਮਰਸ਼ੀਅਲ ਆ, ਰੈਜ਼ੀਡੈਂਸ਼ੀਅਲ ਆ, ਬੰਦਾ ਠੀਕ ਟੈਕਸ ਭਰ ਰਿਹਾ ਕਿ ਨਹੀਂ ਭਰ ਰਿਹਾ। ਟੈਕਸ ਇੱਕ ਤੇ ਜਿਹਨੂੰ ਕਹਿੰਦੇ ਅੰਡਰ ਸਟੇਟਮੈਂਟ ਆ, ਇੱਕ ਤੇ ਬੰਦਾ ਟੈਕਸ ਭਰ ਹੀ ਨਹੀਂ ਰਿਹਾ, ਨੰਬਰ 1 ਤੇ। ਨੰਬਰ 2 ਜਿਹੜਾ ਭਰ ਰਿਹਾ ਉਹ ਗਲਤ ਭਰ ਰਿਹਾ, ਸੈਲਫ ਅਸੈਸਮੈਂਟ ਹੈਗੀ ਆ। ਅਸੀਂ ਹਰ ਇੱਕ ਨੂੰ ਸਕਰੂਟਨਾਈਜ਼ ਨਹੀਂ ਕਰਦੇ ਜੀ। ਸੋ ਸਾਡੇ ਬੰਦਿਆਂ ਦਾ ਕੰਮ ਇਹ ਹੋਣਾ ਚਾਹੀਦਾ ਕਿ ਇਹ ਸਕਰੂਟਨੀ ਵਾਲੇ ਪਾਸੇ ਜਾਣ, ਲੋਕਾਂ ਸੈਲਫ ਅਸੈਸਮੈਂਟ ਆਪੇ ਕਰ ਦੇਣੀ ਹੈ। ਇਸ ਸਕੂਟਨੀ ਵਾਲੇ ਪਾਸੇ ਜਾਣ ਕਿ ਬੰਦੇ ਨੇ ਠੀਕ ਭਰਿਆ ਤੇ ਦੂਸਰਾ ਕੋਈ ਛੁੱਟਿਆ ਤਾਂ ਨਹੀਂ ਵਿੱਚੋਂ। ਨਹੀਂ ਸਰ, ਇਹ ਤੇ ਆਪ ਜਾ ਕੇ ਸਲਾਹਾਂ ਦਿੰਦੇ ਜੀ ਬਹੁਤ ਸਾਰੇ ਲੋਕ ਵੀ ਤੁਸੀਂ ਇਦਾਂ ਕਰ ਲਓ, ਇਸ ਤਰ੍ਹਾਂ ਕਰ ਲਓ। ਹਰ ਤਰ੍ਹਾਂ ਦੇ ਬੰਦੇ ਹਰ ਡਿਪਾਰਟਮੈਂਟ ਦੇ ਵਿੱਚ ਹੈਗੇ ਆ। ਸੋ ਅਸੀਂ ਉਹਨਾਂ ਦਾ ਜਿਹੜਾ ਹੈ ਉਹਨਾਂ ਦੇ ਖਿਲਾਫ ਵੀ ਐਕਸ਼ਨ ਕਰਾਂਗੇ। ਸਾਡੇ ਬਿਲਕੁਲ ਸਾਹਮਣੇ ਆਊਗਾ ਤੇ ਅਸੀਂ ਬਿਲਕੁਲ ਉਸ ਵੇਲੇ ਐਕਸ਼ਨ ਕਰਾਂਗੇ। ਤੇ ਸਰ ਇੱਕ ਬਹੁਤ ਸਾਰਾ ਪੁਰਾਣਾ ਮੈਟਰ ਸੀਗਾ ਜੀ, ਉਹ ਕਈ ਵਾਰੀ ਇੱਕ ਕਾਰਪੋਰੇਸ਼ਨ 'ਚ ਕੰਪਲੇਂਟਾਂ ਹੋਈਆਂ ਵੀ ਰਸੀਦ ਬੁੱਕ ਉੱਪਰ ਹੋਰ ਥੱਲੇ ਹੋਰ, ਬਹੁਤ ਇਨਕੁਆਰੀਆਂ ਵੀ ਹੋ ਗਈਆਂ, ਕਹਿੰਦੇ ਵੀ 100 ਕਰੋੜ ਦਾ ਘਪਲਾ ਹੈ। ਮਤਲਬ ਉਹ ਤੇ ਨਿਕਲਦਾ PF ਦਾ ਵੀ ਉਹਦੀ FIR ਰਜਿਸਟਰ ਕਰਨ ਲਈ ਅਸੀਂ CP ਸਾਹਿਬ ਨੂੰ ਕੇਸ ਭੇਜ ਦਿੱਤਾ ਸੀ। ਇੱਕ ਹੋਰ ਉਸੇ ਕੇਸ ਦੇ ਵਿੱਚ ਇੱਕ ਹੋਰ ਰਸੀਦ ਵੀ ਸਾਡੇ ਕੋਲ ਆਈ ਹੈ। ਸੋ ਅਸੀਂ ਉਹ ਵੀ ਜਿਹੜਾ ਕਰ ਰਹੇ ਹਾਂ। ਔਰ ਬੰਦੇ ਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੱਖਰਾ ਹੈ, ਕ੍ਰਿਮੀਨਲ ਐਕਸ਼ਨ ਵੱਖਰਾ, ਉਸ ਦੋਵੇਂ ਪ੍ਰੋਸੈਸ ਅਸੀਂ ਸਾਈਮਲਟੇਨੀਅਸਲੀ। ਸਰ ਗੱਲ ਨਹੀਂ ਨਾ ਜੀ, ਵਸੂਲੀ ਨਹੀਂ ਹੁੰਦੀ, ਲੋਕਾਂ ਨੂੰ ਡਰ ਫਿਰ ਕੇ ਲੰਬਾ ਪ੍ਰਕਿਰਿਆ ਹੈ, ਬਹੁਤ ਸਾਰੀਆਂ ਸਿੱਟ ਬਣੀਆਂ, ਬਹੁਤ ਸਾਰੀਆਂ ਇਨਕੁਆਰੀਆਂ ਹੋਈਆਂ, ਬਟ ਹੋਇਆ ਕੁਛ ਨਹੀਂ ਜੀ ਉਹਦਾ। ਨੈਟ ਇੱਥੋਂ ਦੇ ਲੋਕ ਰੌਲਾ ਪਾਉਂਦੇ ਜੀ 100 ਕਰੋੜ ਇਟਸ ਬਿਗ ਅਮਾਊਂਟ, ਪਤਾ ਨਹੀਂ ਕਿੰਨਾ। ਇਹ ਤੇ ਇੱਕ ਜਗ੍ਹਾ ਜੀ, ਬਹੁਤ ਸਾਰੇ ਡਿਪਾਰਟਮੈਂਟ, ਵਾਟਰ ਸਪਲਾਈ, MTP, ਮਤਲਬ ਉਹ ਲੰਬੀ ਲਿਸਟ ਹੈ ਜੀ। ਬਿਲਕੁਲ ਸਾਰੇ ਦੇਖੋ ਰੈਵਨਿਊ ਅਰਨਿੰਗ ਡਿਪਾਰਟਮੈਂਟਸ ਆ, ਹਰ ਇੱਕ ਦੇ ਵਿੱਚ ਪਲੱਗ ਜਿਹੜੇ ਲੂਪ ਹੋਲਸ ਹੈਗੇ ਆ, ਲੀਕੇजेस ਹੁੰਦੀਆਂ ਵਾ। ਸਾਡੀ ਇਹ ਜਿਹਨੂੰ ਕਹਿੰਦੇ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਇਹ ਲੂਪ ਹੋਲਸ ਜਿਹੜੇ ਇਹਨਾਂ ਨੂੰ ਪਲੱਗ ਕਰੀਏ, ਰੈਵਨਿਊ ਲੀਕੇजेस ਬੰਦ ਕਰੀਏ ਤਾਂ ਕਿ ਕਾਰਪੋਰੇਸ਼ਨ ਦੀ ਫਾਈਨੈਂਸ਼ੀਅਲ। ਸਰ ਹੁਣ ਮੈਨੂੰ ਇਹ ਵੀ ਲੱਗਦਾ ਜੀ, ਕਿਉਂਕਿ ਪਹਿਲੇ ਤੇ ਬਹੁਤ ਸਾਰੇ ਇੰਟਰਫੇਰੈਂਸਿਸ ਹੁੰਦੇ ਸੀ, ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਮਾਨ ਸਾਹਿਬ ਆਏ ਹੈ, ਇਹਨਾਂ ਨੇ ਤੇ ਡਾਇਰੈਕਟ ਤੁਹਾਨੂੰ ਮਤਲਬ ਕਾਫੀ ਪਾਵਰਫੁਲ ਕਰਤੇ, ਜਿਹੜੇ ਆਫਿਸਰਸ ਨੇ ਉਹਨਾਂ ਨੂੰ ਪਾਵਰਾਂ ਦੇਤੀਆਂ। ਜਦੋਂ ਇੱਕ ਕੰਮ ਗਲਤ ਨਹੀਂ ਹੋਏਗਾ, ਮੰਨ ਲਓ ਮੈਂ ਕੋਈ ਗਲਤ ਕੰਮ ਲੈ ਕੇ ਆਉਣਾ ਤੁਹਾਡੇ ਕੋਲ, ਤੁਸੀਂ ਮੈਨੂੰ ਨਹੀਂ ਕੀਤਾ ਗਲਤ ਕੰਮ, ਤੇ ਦੂਸਰੀ ਵਾਲੇ ਤੁਹਾਡੇ ਕੋਲ ਆਉਣਾ ਹੀ ਨਹੀਂ ਜੀ। ਥੋੜਾ ਸਰ ਸਟਿਕ ਆਪਣੇ ਇਸ ਤਰ੍ਹਾਂ ਦਾ, ਕਿਉਂਕਿ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਕੀ ਦੇਣਾ, ਸ਼ਹਿਰ ਚੱਲੇਗਾ ਕਿੱਥੇ? ਸ਼ਹਿਰ ਦੇ ਵਿੱਚ ਤੇ ਹਰ ਰੋਜ਼ ਜਿਹੜਾ ਉਹ ਇੱਕ ਦੂਜੇ ਦੇ ਲੋਕ ਵੱਜਣ ਦੇ ਨੇ, ਆਉਣ ਵਾਲੀਆਂ ਨਸਲਾਂ ਨੂੰ ਕੀ ਦੇ ਕੇ ਜਾਵਾਂਗੇ ਅਸੀਂ? ਬਿਲਕੁਲ ਬੜੀ ਦੇਖੋ ਇਸ ਪ੍ਰੈਜ਼ੈਂਟ ਗਵਰਨਮੈਂਟ ਦੇ ਵਿੱਚ ਬੜਾ ਕਲੀਅਰ ਕੱਟ ਮੈਸੇਜ ਹੈਗਾ ਗਵਰਨਮੈਂਟ ਵੱਲੋਂ, ਦੇयर इज नो ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ। ਕੋਈ ਗਲਤ ਕੰਮ ਲਈ ਕੋਈ, ਮੈਂ ਤੇ ਮੈਨੂੰ ਹੁਣ ਕਿੰਨੀ ਦੇਰ ਹੋ ਗਈ ਇੱਥੇ ਆਏ ਨੂੰ, ਤੇ ਮੈਂ ਤੇ ਕਦੀ ਅੱਜ ਤੱਕ ਮੈਨੂੰ ਕਿਸੇ ਗਲਤ ਕੰਮ ਲਈ ਕਿਸੇ ਵੀ MLA ਸਾਹਿਬਾਨ ਵੱਲੋਂ ਜਾਂ ਕਿਸੇ ਵੱਲੋਂ ਨਹੀਂ ਆਇਆ। ਜਦੋਂ ਕੋਈ ਕਿਸੇ ਕੰਮ ਲਈ ਨੋ ਡਾਊਟ ਉਹਨਾਂ ਕੋਲ ਲੋਕੀ ਜਾਂਦੇ ਨੇ, ਉਹ ਰੈਫਰੈਂਸ ਦਿੰਦੇ ਨੇ, ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਸਰ ਇਹ ਗਲਤ ਹੈ, ਤਾਂ ਬੜੇ ਪਿਆਰ ਨਾਲ, ਬੜੇ ਸਲੀਕੇ ਨਾਲ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਗਲਤ ਹੈ, ਉਹ ਬਿਲਕੁਲ ਉਸ ਬੰਦੇ ਨੂੰ ਪਰਾਂ ਕਰ ਦਿੰਦੇ ਨੇ।
ਔਰ ਬੜੀ ਵਧੀਆ ਚੀਜ਼ ਹੈ ਕਿ ਸਾਨੂੰ ਇੰਨੀ ਆਟੋਨਮੀ ਮਿਲੀ ਹੋਈ ਹੈ ਕਿ ਅਸੀਂ ਠੀਕ ਨੂੰ ਠੀਕ ਤੇ ਗਲਤ ਨੂੰ ਗਲਤ ਕਹਿ ਸਕਦੇ ਨਹੀਂ ਸਰ, ਉਹਦੇ 'ਚ ਇਹ ਵੀ ਫਿਰ ਕਰੋ ਨਾ ਜੀ, ਮੰਨ ਲਓ ਮੇਰੀਆਂ 2 ਮੰਜ਼ਿਲਾ ਪਾਸ ਹੈ, ਮੈਂ ਉਹਨੂੰ 5 ਮੰਜ਼ਿਲਾ ਬਣਾ ਦਿੰਦਾ ਤੇ ਮੇਰੀਆਂ ਤੋੜ ਦਿਓ ਨਾ ਜੀ, ਵੀ ਵਾਰ-ਵਾਰ ਤੁਸੀਂ ਨੋਟਿਸ ਕਿਉਂ ਇਸ਼ੂ ਕਰਦੇ ਹੋ? ਜਿਵੇਂ ਲਾਰੋਸ ਰੋਡ ਤੇ ਇੱਕ ਬਿਲਡਿੰਗ ਬਣਦੀ ਹੈ ਜੀ, ਉਹਨੂੰ ਵਾਰ-ਵਾਰ ਸਾਡੇ ਕੋਲ ਉਹ ਟੁੱਟ ਰਹੀ ਹੁਣ, ਤੁਸੀਂ ਦੇਖਿਆ ਹੋਵੇਗਾ, ਤੁਸੀਂ ਹੁਣ ਉਹਨੂੰ ਵੇਖਿਓ, ਉਹ ਬਿਲਡਿੰਗ ਨੇ ਹੁਣ ਜਦੋਂ ਦੁਬਾਰਾ ਉਹਨੂੰ ਡੀਸੀਲ ਕੀਤਾ ਗਿਆ ਵਾ, ਉਹਨੂੰ ਹੁਣ ਕੰਡੀਸ਼ਨ ਲਗਾ ਕੇ ਕੀਤੀ ਕਿ ਪਹਿਲਾਂ ਤੁਸੀਂ ਆਪਣੀ ਬਿਲਡਿੰਗ ਤੋੜੋ, ਉਹ ਹੁਣ ਉਹਦੀ ਬਿਲਡਿੰਗ ਟੁੱਟ ਰਹੀ ਹੈ ਇਸ ਵੇਲੇ। ਸੋ ਜੇ ਕੋਈ ਫਿਰ ਗਲਤ ਗੜਬੜ ਕਰੇਗਾ ਤਾਂ ਸਾਡੇ ਕੋਲ ਤੇ ਹੈ ਹੀ ਆਪਣਾ। ਇਸ ਸਵਾਲ ਤੇ ਬਹੁਤ ਸਾਰੇ ਨੇ, ਪਰ ਲਾਸਟ 2 ਸਵਾਲ ਲੈ ਕੇ ਮੈਂ ਖਤਮ ਕਰਾਂਗਾ। ਇੱਕ ਤੇ ਜੀ ਕੰਪਨੀ ਬਾਗ ਦੇ ਵਿੱਚ 3 ਕਲੱਬਸ ਨੇ, ਉਹਨਾਂ ਨੂੰ ਲੈ ਕੇ ਕਿਆ ਸਟੇਟਸ ਹੈ? ਕਿਉਂਕਿ ਹਾਈ ਕੋਰਟ ਲੰਬਾ ਸਮਾਂ ਚੱਲ ਰਿਹਾ, ਲੜਾਈ ਚੱਲ ਰਹੀ ਹੈ ਜੀ, ਤੁਸੀਂ ਕਹਿੰਦੇ ਹੋ ਵਿਕੇਟ ਕਰੋ, ਕਿਆ ਸਟੇਟਸ ਹੈ ਇਸ ਵੇਲੇ ਜੀ? ਇਸ ਵੇਲੇ ਪ੍ਰੈਜ਼ੈਂਟਲੀ ਦੇਖੋ, ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਨੇ ਉਹਨਾਂ ਦੇ ਖਿਲਾਫ ਜਿਹੜਾ ਹੈ, ਪਹਿਲਾਂ ਕਮਿਸ਼ਨਰ ਦੀਆਂ ਪਾਵਰਾਂ ਜਿਹੜੀਆਂ ਸੀ ਉਹ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਕੋਲ ਸੀ, ਜਦੋਂ ਕੇਸ ਗਿਆ ਸੀ ਉਹਨਾਂ ਨੇ ਕਾਰਪੋਰੇਸ਼ਨ ਦੇ ਖਿਲਾਫ ਕੇਸ ਕਰ ਦਿੱਤਾ ਸੀ। ਅਸੀਂ ਉਹਦੇ ਅਗੇਂਸਟ ਹਾਈ ਕੋਰਟ 'ਚ ਗਏ ਹੋਏ ਹਾਂ ਜੀ, ਅਸੀਂ ਉਹਨਾਂ ਦੀ ਇਵੈਕਸ਼ਨ ਦੇ ਲਈ ਹਾਈ ਕੋਰਟ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਗਏ ਹੋਏ ਹਾਂ। ਇਨ ਦਾ ਮੀਨ ਟਾਈਮ ਕੋਈ ਸਰਕਾਰ ਪੱਧਰ ਤੇ ਵਿਚਾਰ ਵਟਾਂਦਰਾ ਹੋਇਆ ਸੀ, ਉਹਦੇ ਬੇਸ ਦੇ ਉੱਤੇ ਕਲੱਬਾਂ ਨੇ ਕੋਰਟ ਦੇ ਵਿੱਚ ਕੋਈ ਐਪਲੀਕੇਸ਼ਨ ਪਾਈ ਸੀ। ਅਸੀਂ ਜੋ ਲਾਸਟ ਜਿਹੜੀ ਹੈਗੀ ਸੀ ਪ੍ਰੋਸੀਡਿੰਗ ਹੋਈ ਆ, ਸਾਡੇ ਵੱਲੋਂ ਅਸੀਂ ਕਿਹਾ ਕਿ ਅਸੀਂ ਆਪਣੇ ਸਟੈਂਡ ਤੇ ਕਾਇਮ ਹੈਗੇ। ਤੁਸੀਂ ਮਤਲਬ ਕਾਰਪੋਰੇਸ਼ਨ ਹੱਕ 'ਚ ਵੀ ਕਲੱਬ ਤੋਂ ਬਾਹਰ ਚਲੇ ਜਾਓ? ਅਸੀਂ ਕੋਈ ਕੇਸ ਵਿਡਰਾਅ ਨਹੀਂ ਕਰ ਰਹੇ, ਠੀਕ ਹੈ, ਅਸੀਂ ਇਹੋ ਕਹਿੰਦੇ ਵੀ ਇਵੈਕਸ਼ਨ ਦੇ ਲਈ। ਬਾਕੀ ਹੁਣ ਮਾਨਯੋਗ ਪੰਜਾਬ ਨੇ ਹਾਈ ਕੋਰਟ ਦੇ ਵਿੱਚ ਵਿਚਾਰਾਧੀਨ ਕੇਸ ਹੈ, ਤਾਂ ਜੋ ਵੀ ਫੈਸਲਾ ਹੋਏਗਾ। ਸਰ, ਸੋਲਿਡ ਵੇਸਟਮੈਂਟ ਬਹੁਤ ਵੱਡਾ ਇਸ਼ੂ ਰਿਹਾ ਜੀ, ਬਹੁਤ ਸਾਰੇ ਆਰੋਪ ਲੱਗਦੇ ਵੀ ਗੱਡੀਆਂ ਤੇ ਹੈਗੀਆਂ, ਜਾਂਦੀਆਂ ਨਹੀਂ, ਕਲੈਕਸ਼ਨ ਨਹੀਂ ਕਰਦੀਆਂ, ਇਹਨੂੰ ਲੈ ਕੇ ਕੋਈ ਸਖਤੀ ਕਰ ਰਹੇ ਜੀ? ਦੇਖੋ, ਗੱਡੀਆਂ ਜਿਹੜੀਆਂ ਸੀ ਪਿਛਲੇ ਕੁਝ ਸਮੇਂ ਦੇ ਵਿੱਚ ਗੱਡੀਆਂ ਦੀ ਗਿਣਤੀ ਘੱਟ ਹੋਈ, ਆਪਰੇਸ਼ਨਲ ਗੱਡੀਆਂ ਜਿਹੜੀਆਂ ਸੀ ਉਹ ਘੱਟ ਗਈਆਂ, ਕਿਉਂਕਿ ਗੱਡੀਆਂ ਦੇ ਪੈਸੇ ਪੂਰੇ ਲੈਂਦੇ ਤੁਹਾਡੇ ਕੋਲ? ਬ੍ਰੇਕ ਨਹੀਂ, ਸਾਡੇ ਕੋਲੋਂ ਜਿਹੜੀ ਬਿਲਿੰਗ ਉਹਨਾਂ ਨੇ ਟਨ ਦੇ ਹਿਸਾਬ ਨਾਲ ਲੈਣੀ ਆ, ਉਸ ਤੋਂ ਬਿਨਾਂ ਉਹਨਾਂ ਨੇ ਪਬਲਿਕ ਕੋਲੋਂ ਯੂਜ਼ਰ ਚਾਰਜਸ ਇਕੱਠੇ ਕਰਨੇ ਆ ਜੀ। ਤੇ ਕੁਝ ਉਹਨਾਂ ਦੀ ਆਪਸੀ ਉਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਦੀ ਕੋਈ ਪ੍ਰੋਬਲਮ ਸੀ, ਤਾਂ ਉਹਨਾਂ ਨੇ ਉਸ ਵੇਲੇ ਫਿਰ ਜਿਹੜੀ ਗੱਡੀਆਂ ਦੀ ਮੇਨਟੇਨੈਂਸ ਹੈ ਉਹ ਪ੍ਰੋਪਰ ਨਹੀਂ ਕੀਤੀ ਸੀ, ਸੋ ਉਹਦੇ ਕਰਕੇ ਗੱਡੀਆਂ ਘਟੀਆਂ। ਸੋ ਅਸੀਂ ਉਹਨਾਂ ਨੂੰ ਥੋੜਾ ਫੋਰਸ ਕਰਕੇ ਗੱਡੀਆਂ ਪਿੱਛੇ 20 ਐਡ ਕੀਤੀਆਂ, ਪਲੱਸ ਉਹਨਾਂ ਨੇ ਆਪਦੀਆਂ 20 ਪੁਰਾਣੀਆਂ ਬ੍ਰੇਕਡਾਊਨ ਜੋ ਰਿਪੇਅਰ ਕੀਤੀਆਂ। ਅੱਜ ਦੀ ਡੇਟ ਦੇ ਵਿੱਚ 270 ਦੇ ਵਿੱਚੋਂ 220 ਗੱਡੀਆਂ ਜਿਹੜੀਆਂ ਉਹ ਚੱਲ ਰਹੀਆਂ ਇਸ ਵੇਲੇ। ਸਟਿਲ 50 ਦੇ ਉਹਨਾਂ ਨੂੰ ਟਾਈਮ ਦਿੱਤਾ ਹੋਰ 15 ਦਿਨਾਂ ਦਾ ਕਿ ਆਪਣੀਆਂ ਗੱਡੀਆਂ ਹੋਰ ਐਕਸਟਰਾ ਐਡ ਕਰੋ, ਕਮਰਸ਼ੀਅਲੀ ਐਡ ਕਰੋ। ਸੋ ਅਸੀਂ ਲਗਾਤਾਰ ਉਹਨਾਂ ਨੂੰ ਪੁਸ਼ ਕਰ ਰਹੇ ਹਾਂ। ਉਹਨਾਂ ਵੱਲੋਂ ਕੰਪਨੀ ਵੱਲੋਂ ਇਹ ਹਮੇਸ਼ਾ ਸਾਨੂੰ ਦਿੱਤਾ ਜਾਂਦਾ ਹੈ ਕਿ ਜੀ ਸਾਨੂੰ 2016 ਤੋਂ ਬਾਅਦ ਰਾਈਜ਼ ਨਹੀਂ ਹੋਈ, ਟਿਪਿੰਗ ਫੀਸ ਰਾਈਜ਼ ਨਹੀਂ ਹੋਈ। ਉਹ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਜੋ ਵੀ ਰਿਪਰੈਜ਼ੈਂਟੇਸ਼ਨ ਆ ਅਸੀਂ ਐਜ਼ ਪਰ ਐਗਰੀਮੈਂਟ ਅਸੀਂ ਉਹਨੂੰ ਡੀਲ ਕਰਾਂਗੇ। ਜੇ ਐਗਰੀਮੈਂਟ ਦੇ ਵਿੱਚ ਲਿਖਿਆ ਜਿਹੜੀਆਂ ਕੰਡੀਸ਼ਨਸ ਤੁਸੀਂ ਪੂਰੀਆਂ ਕਰਨੀਆਂ, ਜੇ ਪੂਰੀਆਂ ਕੀਤੀਆਂ, ਅਸੀਂ ਨੈਚੁਰਲੀ ਉਹਨਾਂ ਨੂੰ ਤੁਹਾਡਾ ਜਿਹੜਾ ਰਾਈਜ਼ ਦਾ ਹੈਗਾ ਉਹਨੂੰ ਕੰਸੀਡਰ ਕਰਾਂਗੇ, ਬਟ ਪਹਿਲਾਂ ਤੁਸੀਂ ਆਪ ਦਾ ਪਰਫਾਰਮੈਂਸ ਸੁਧਾਰੋ, ਅਸੀਂ ਪਰਫਾਰਮੈਂਸ ਦੇਖਾਂਗੇ ਫਿਰ ਤੁਰਾਂਗੇ ਅੱਗੇ। ਰਿਸ਼ੀ ਜੀ, ਤੁਹਾਡੇ ਕੋਲ ਸਮਾਰਟ ਸਿਟੀ ਦਾ ਵੀ ਵਿਚਾਰ ਹੈ ਜੀ, ਤੇ ਸਮਾਰਟ ਸਿਟੀ ਨੂੰ ਲੈ ਕੇ ਹਮੇਸ਼ਾ ਰੌਲਾ ਪੈਂਦਾ ਜੀ, ਉਹ ਲੱਗਣੇ ਆ CCTV ਕੈਮਰੇ। ਬੜੇ ਸਾਲਾਂ ਤੋਂ ਮੈਂ ਸੁਣਦਾ ਆ ਰਿਹਾ ਜੀ, 10 ਸਾਲ ਤਾਂ ਮੈਨੂੰ ਹੋ ਗਏ ਸੁਣਦੇ, ਬਸ CCTV ਕੈਮਰਾਜ਼ ਲੱਗੇ ਨਹੀਂ। ਇੱਕ CCTV ਕੈਮਰਾ ਦਾ ਕਿਆ ਸਟੇਟਸ ਹੈ ਤੇ ਲੋਕਾਂ ਕੋਲੋਂ ਕੀ ਸਹਿਯੋਗ ਚਾਹੁੰਦੇ ਹੋ? ਦੇਖੋ, ਸਮਾਰਟ ਸਿਟੀ ਦੇ ਵਿੱਚ ICCC ਨਾਮ ਦਾ ਇੱਕ ਪ੍ਰੋਜੈਕਟ ਜਿਹੜਾ ਹੈ, ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ, ਇਹ ਪ੍ਰੋਜੈਕਟ ਜਿਹੜਾ ਹੈ ਚੱਲ ਰਿਹਾ ਇਸ ਵੇਲੇ। ਇਹ ਇੰਪਲੀਮੈਂਟੇਸ਼ਨ ਸਟੇਜ ਦੇ ਉੱਤੇ ਔਰ ਬਿਲਕੁਲ ਫਾਈਨਲ ਸਟੇਜ ਤੇ ਪਹੁੰਚਿਆ ਹੈ। 30 ਜੂਨ ਨੂੰ ਸਾਨੂੰ ਟਾਰਗੇਟ ਦਿੱਤਾ ਹੋਇਆ ਕਿ ਅਸੀਂ ਇਸ ਪ੍ਰੋਜੈਕਟ ਨੂੰ ਫੁੱਲ ਸਿਟੀ ਨੂੰ ਲਾਈਵ ਕਰਨਾ। ਇਹਦੇ ਵਿੱਚ ਤਕਰੀਬਨ 1164 ਕੈਮਰੇਜ਼ ਨੇ, 409 ਲੋਕੇਸ਼ਨ ਦੇ ਉੱਤੇ ਕੈਮਰੇ ਲੱਗੇ ਨੇ, ਔਰ ਇਹਦੇ ਵਿੱਚ 17 ਟ੍ਰੈਫਿਕ ਜੰਕਸ਼ਨਸ ਹੈਗੇ ਨੇ ਜਿੱਥੇ ਸਮਾਰਟ ਲਾਈਟਿੰਗ ਹੈ, ਟ੍ਰੈਫਿਕ ਲਾਈਟਿੰਗ ਸਮਾਰਟ ਹੈਗੀਆਂ, ਉਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਉਹਦੀ ਲਾਈਟ ਦਾ ਡਿਊਰੇਸ਼ਨ ਜਿਹੜੀ ਆ ਉਹ ਟ੍ਰੈਫਿਕ ਵੇਖ ਕੇ ਉਹਨੇ ਆਪਣੇ ਆਪ ਹੀ ਲਾਈਟ ਦੀ ਡਿਊਰੇਸ਼ਨ ਘੱਟ ਜਾਂ ਵੱਧ ਹੋਣੀ ਆ। ਇਸ ਤੋਂ ਬਿਨਾਂ ਤੁਹਾਡੇ ਵਿਜ਼ੂਅਲ ਮੀਡੀਆ ਡਿਸਪਲੇਜ਼ ਵੱਡੇ ਤੁਸੀਂ ਦੇਖਿਆ LED ਸਕਰੀਨਸ ਲੱਗ ਰਹੀਆਂ 10, ਪਬਲਿਕ ਐਡਰੈਸ ਸਿਸਟਮ, ਪਬਲਿਕਲੀ ਅਨਾਉਂਸਮੈਂਟ ਸਿਸਟਮ 50 ਥਾਵਾਂ ਤੇ ਲੱਗ ਰਹੇ ਨੇ, ਉਹ ਆਲਮੋਸਟ ਲੱਗ ਚੁੱਕੇ ਨੇ ਇਸ ਵੇਲੇ। ਕੁਝ ਨੈਟਵਰਕਿੰਗ ਦਾ ਕੰਮ ਜਿਹੜਾ ਉਹ ਚੱਲ ਰਿਹਾ, ਫਾਸਟ ਪੇਸ ਤੇ ਚੱਲ ਰਿਹਾ। ਅਸੀਂ 7 ਜੂਨ ਤੱਕ ਦਾ ਟਾਰਗੇਟ ਦਿੱਤਾ ਹੋਇਆ। ਨਾਲ ਹੀ ਟੈਸਟਿੰਗ ਚੱਲ ਰਹੀ ਆ। ਇਹ ਸਿਸਕੋ ਨਾਮ ਦੀ ਕੰਪਨੀ ਆ ਜਿਹਦਾ ਇਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਿਸਟਮ ਜਿਹੜਾ ਸੌਫਟਵੇਅਰ ਹਾਰਡਵੇਅਰ ਉਹਨਾਂ ਦਾ ਯੂਜ਼ ਹੋ ਰਿਹਾ। ਸੋ ਇਹ ਸਾਰਾ ਕੁਝ ਜਿਹੜਾ ਹੈ ਇੱਕ ਜਿਹਨੂੰ ਕਹਾਂਗੇ ਵੀ ਚੰਡੀਗੜ੍ਹ ਦੇ ਵਿੱਚ ਸਮਾਰਟ ਸਿਟੀ ਆ, ਚੰਡੀਗੜ੍ਹ ਦੇ ਵਿੱਚ ਵੀ ਉਹਨਾਂ ਦਾ ਕਮਾਂਡ ਐਂਡ ਕੰਟਰੋਲ ਸੈਂਟਰ ਬਣਿਆ। ਸਾਡੇ ਆਫਿਸ ਕਮਾਂਡ ਐਂਡ ਕੰਟਰੋਲ ਸੈਂਟਰ ਬਣ ਚੁੱਕਾ, ਵੀਡੀਓ ਸਕਰੀਨਸ ਲੱਗ ਚੁੱਕੀਆਂ, ਵੀਡੀਓ ਵਾਲਸ ਬਣ ਗਈਆਂ 2 ਵੱਡੀਆਂ, ਪੁਲਿਸ ਦੇ ਬੰਦੇ ਵੀ ਬੈਠਣਗੇ, ਸਿਵਲ ਦੇ ਵੀ ਬੈਠਣਗੇ ਉੱਥੇ ਸਾਡੇ। ਸੋ ਉਹਦੇ ਵਿੱਚ ਪੂਰੇ ਸ਼ਹਿਰ ਦੇ ਉੱਤੇ ਇੱਕ ਬਾਜ਼ ਅੱਖ ਜਿਹਨੂੰ ਕਹਿੰਦੇ ਉਹ ਰੱਖੀ ਜਾਏਗੀ। ਸਰਵੇਲੈਂਸ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਅਸੀਂ ਪੂਰੇ ਸ਼ਹਿਰ ਨੂੰ ਸਰਵੇਲੈਂਸ ਦੇ ਵਿੱਚ ਰੱਖਿਆ, ਕੋਈ ਵੀ ਕਿਸੇ ਤਰ੍ਹਾਂ ਦੀ ਇਵੈਂਟ ਉਹਦੇ ਵਿੱਚ ਨੋਟ ਹੋ ਜਾਏਗੀ। ITMS ਜਿਹੜੀ ਆ ਇੰਟੀਗ੍ਰੇਟਡ ਟ੍ਰੈਫਿਕ ਮੈਨੇਜਮੈਂਟ ਸਿਸਟਮ, ਤੁਹਾਨੂੰ ਦੱਸਿਆ ਕਿ ਲਾਈਟਾਂ ਆਪਣੇ ਆਪ ਲਾਈਟ ਡਿਊਰੇਸ਼ਨ ਕੱਢ ਬਹੁਤ ਸਾਰੀ ਜਗ੍ਹਾ ਲਾਈਟਾਂ, ਫਿਰ ਤੁਹਾਡੀਆਂ ਆਟੋਮੈਟਿਕ ਨੰਬਰ ਪਲੇਟ ਰੀਡਰ ਉਹਦੇ ਵਿੱਚ ਸੌਫਟਵੇਅਰ ਆ IANPR। ਟ੍ਰੈਫਿਕ ਪੁਲਿਸ
ਅਗਾਂਹ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੋਂ ਆਟੋਮੈਟਿਕ ਚਲਾਨ ਜਨਰੇਟ ਹੋਣਗੇ ਜੀ ਜਿਵੇਂ ਚੰਡੀਗੜ੍ਹ 'ਚ ਹੁੰਦੇ ਆ, ਤੁਸੀਂ ਜ਼ੈਬਰਾ ਲਾਈਨ ਕ੍ਰਾਸ ਕੀਤੀ, ਰੈੱਡ ਲਾਈਟ ਕ੍ਰਾਸ ਕੀਤੀ, ਸੋ ਤੁਹਾਡੇ ਆਪਣੇ ਆਪ ਹੀ ਚਲਾਨ ਜਨਰੇਟ ਹੋ ਜਾਣੇ ਆ। ਇਹ ਸਾਰੀਆਂ ਚੀਜ਼ਾਂ ਇਸ ਸਿਸਟਮ ਦੇ ਵਿੱਚ ਹੈਗੀਆਂ। ਫਿਰ ਸਾਡਾ ਕੱਲ ਨੂੰ ਇਹਦੇ ਵਿੱਚ ਇੰਟੀਗ੍ਰੇਸ਼ਨ, ਸਾਡਾ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਦੀਆਂ ਗੱਡੀਆਂ ਉਹ ਵੀ ਇਹਦੇ 'ਚ ਇੰਟੀਗ੍ਰੇਟ ਹੋ ਜਾਣੀਆਂ ਵੀ ਇਸ ਏਰੀਏ 'ਚ ਗੱਡੀ ਨਹੀਂ ਗਈ, ਉਹਦਾ ਅਲਰਟ ਆਉਣਾ ਵਾ, ਆਟੋਮੈਟਿਕ ਜਨਰੇਟ ਹੋਏਗਾ ਅਲਰਟ। ਸਰ ਇੰਨਾ ਚੀਜ਼ਾਂ ਤੁਸੀਂ ਕਰ ਰਹੇ ਹੋ, ਮੈਨ ਪਾਵਰ ਹੈ ਜੀ, ਇਹ ਕਿਆ ਪੋਸੀਬਿਲਿਟੀ ਹੈਗੀ ਹੈ? ਦੇਖੋ ਨਾ ਜੀ, 4 ਸਾਲ ਉਹਦੇ ਚੈੱਕ ਕਿੰਨੇ ਰੱਖਣਾ, ਦੇਖੋ ਉਹ ਫਿਰ ਉਹ ਕੈਮਰੇ ਖਰਾਬ ਹੋ ਜਾਂਦੇ ਆ, ਉਹ ਪਏ ਰਹਿੰਦੇ, ਧੂੜ ਫੱਕਦੇ ਰਹਿੰਦੇ ਜੀ, ਲੋਕ ਹੀ ਕੱਟ ਜਾਂਦੇ। ਦੇਖੋ ਕੋਈ ਸ਼ਰਾਰਤੀ 4 ਸਾਲ ਲਈ ਕੰਪਨੀ ਜਿਹੜੀ ਹੈ, ਜਿਸ ਕੰਪਨੀ ਨੂੰ ਪ੍ਰੋਜੈਕਟ ਮਿਲਿਆ ਹੈ 91 ਕਰੋੜ ਦਾ ਪ੍ਰੋਜੈਕਟ ਹੈ ਟੋਟਲ ਅੰਮ੍ਰਿਤਸਰ ਦਾ, 4 ਸਾਲ ਲਈ ਕੰਪਨੀ ਨੇ ਮੇਨਟੇਨ ਕਰਨਾ, 4 ਇਅਰਸ। ਸੋ ਕੰਪਨੀ ਮੇਨਟੇਨ ਕਰੀ। ਇਹਨਾਂ ਮੀਨ ਟਾਈਮ ਅਸੀਂ ਆਪ ਦਾ ਵੀ ਜਿਹੜਾ ਜਿਹਨੂੰ ਕਹਾਂਗੇ ਵੀ ਅਸੀਂ ਵੀ ਆਪਣੀ ਕਪੈਸਿਟੀ ਬਿਲਡਿੰਗ ਨਾਲ ਕਰਾਂਗੇ ਔਰ ਇਹ ਸਿਸਟਮ ਚੱਲੇਗਾ ਵਧੀਆ। ਚਲੋ ਸਰ, ਲੋਕਾਂ ਕੋ ਕੀ ਸਹਿਯੋਗ ਚਾਹੁੰਦੇ ਹੋ? ਦੇਖੋ ਮੈਂ ਤੇ ਮਿਊਨਿਸਪਲ ਕਾਰਪੋਰੇਸ਼ਨ ਤੁਸੀਂ ਗੱਲ ਕੀਤੀ ਫਾਈਨਾਂਸਿਸ ਦੀ, ਫਿਰ ਉਹ ਗੱਲ ਕਿ ਮੇਰੀ ਅਪੀਲ ਹੈ ਲੋਕਾਂ ਨੂੰ, ਨੰਬਰ 1 ਤੇ ਆਪਣੇ ਜਿਹੜੇ ਬਣਦੇ ਹੋਏ ਟੈਕਸ ਆ ਸਮੇਂ ਸਿਰ ਦਿਓ ਔਰ ਠੀਕ ਤਰੀਕੇ ਨਾਲ ਟੈਕਸ ਦਿਓ, ਕਿਸੇ ਵੀ ਤਰੀਕੇ ਨਾਲ ਉਹਦੇ ਵਿੱਚ ਅੰਡਰ ਸਟੇਟਮੈਂਟ ਨਾ ਕਰੋ। ਸੈਕੰਡਲੀ ਬਿਲਡਿੰਗਸ ਆ, ਬਿਲਡਿੰਗ ਕੋਈ ਵੀ ਬਿਲਡਿੰਗ ਬਣਾਉਣੀ ਹੈ CLU ਕਰਵਾ ਕੇ, ਬਿਲਡਿੰਗ ਪਲਾਨ ਦੀ ਪਰਮਿਸ਼ਨ ਲੈ ਕੇ ਕਰਵਾਓ। ਔਰ ਸ਼ਹਿਰ ਸਾਡਾ ਆਪਣਾ ਹੈ, ਅਸੀਂ ਉਹਨੂੰ ਸਾਫ਼ ਸੁਥਰਾ ਰੱਖਣਾ ਹੈ ਔਰ ਉਹਦੇ ਵਿੱਚ ਸਹਿਯੋਗ ਦਿਓ ਸਾਨੂੰ। ਸਾਡੇ ਸ਼ਹਿਰ ਦੇ ਵਿੱਚ ਐਨਕਰੋਚਮੈਂਟ ਜਿਹੜੀਆਂ ਨੇ, ਦੁਕਾਨਦਾਰਾਂ ਨੂੰ ਅਪੀਲ ਹੈ ਕਿ ਐਨਕਰੋਚਮੈਂਟਸ ਨਾ ਕਰਨ ਔਰ ਆਮ ਪਬਲਿਕ ਨੂੰ ਅਪੀਲ ਹੈ ਕਿ ਜਿਹੜੀਆਂ ਸਾਡੀਆਂ ਪਾਰਕਿੰਗ ਵਾਲੀਆਂ ਥਾਵਾਂ ਯੈਲੋ ਲਾਈਨ 'ਚ ਪਾਰਕਿੰਗ ਕਰਨ ਤਾਂ ਕਿ ਐਵੇਂ ਗੱਡੀ ਟੋਵੇ ਨਾ ਹੋਵੇ। ਸੋ ਕਾਰਪੋਰੇਸ਼ਨ ਨੂੰ ਤੁਸੀਂ, ਤੁਹਾਡਾ ਸਹਿਯੋਗ ਜਿਹੜਾ ਉਹ ਕਾਰਪੋਰੇਸ਼ਨ ਨੂੰ ਤੁਸੀਂ ਸਹਿਯੋਗ ਕਰੋਗੇ ਸਭ ਤੋਂ, ਤੇ ਅਸੀਂ ਵੀ ਜਿਹਨੂੰ ਕਹਾਂਗੇ ਸਮਰੱਥ ਬਣਾਂਗੇ ਤੁਹਾਨੂੰ ਚੰਗੀਆਂ ਸਰਵਿਸਿਜ਼ ਦੇਣ ਲਈ। ਤਾਂ ਇਹੋ ਹੀ ਮੈਂ ਆਸ ਨਾਲ ਸਾਰੇ ਸ਼ਹਿਰੀਆਂ ਤੋਂ ਆਸ ਕਰਦਾ ਕਿ ਸਾਡੇ ਨਾਲ ਪੂਰਾ ਸਹਿਯੋਗ ਕਰਨਗੇ। ਧੰਨਵਾਦ ਸਰ ਨਾਲ ਗੱਲ ਕਰਨ ਲਈ। ਸਵਾਲ ਤੇ ਬਹੁਤ ਨੇ ਪਰ ਸਮੇਂ ਦੀ ਘਾਟ ਹੈ। ਦੇਖੋ ਸ਼ਹਿਰ ਨੂੰ ਅੰਡਰ ਸਰਵੇਲੈਂਸ ਕੀਤਾ ਜਾ ਰਿਹਾ, ਪੂਰਾ 30 ਜੂਨ ਤੱਕ ਦਾ ਨਾਲ ਟਾਈਮ ਦਿੱਤਾ ਹੈ ਵੀ ਉਮੀਦ ਹੈ 30 ਨਾ ਹੋਏਗਾ ਤੇ ਅਗਲੇ ਮਹੀਨੇ ਤੱਕ ਹੋ ਜਾਏਗਾ। ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕੋਈ ਗਲਤ ਕੰਮ ਕਰਾਉਣ ਜਦੋਂ ਅਸੀਂ ਜਾਂਦੇ ਹਾਂ ਤੇ ਫਿਰ ਅੱਗੇ ਅਫਸਰ ਦੇ ਉੱਪਰ ਦਬਾਅ ਪਾਉਂਦੇ ਜਾਂ ਸਿਫਾਰਸ਼ਾਂ ਪਾਉਂਦੇ ਤੇ ਫਿਰ ਅਸੀਂ ਆਪਣੀ ਜ਼ਿੰਮੇਵਾਰੀ ਕਿੱਥੇ ਨਿਭਾਈ ਚੰਗਾ ਸ਼ਹਿਰੀ ਹੋਣ ਦੀ। ਅਸੀਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਕੀ ਦੇ ਕੇ ਜਾਣਾ? ਟ੍ਰੈਫਿਕ ਦਾ ਬੁਰਾ ਹਾਲ ਆ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਪਲਾਨ ਇਹ ਕਹਿੰਦੇ ਨੇ ਉਹ ਸਿਰੇ ਚੜ੍ਹਨ, ਈ ਰਿਕਸ਼ਾ ਜਿਹੜੀ ਹੈ ਉਹ ਰਜਿਸਟਰਡ ਹੋਣ ਤੇ ਜਿਹੜਾ ਪੁਰਾਣੀਆਂ ਗੱਡੀਆਂ ਉਹਨਾਂ ਨੂੰ ਸੜਕ ਤੋਂ ਲਾਇਆ ਜਾਵੇ ਜਿਹੜੀਆਂ 15 ਸਾਲ ਤੋਂ ਪੁਰਾਣੀਆਂ ਨੇ। ਸਾਨੂੰ ਦੀ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।